ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛੁਡਾਏ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨ ਕਾਓ। ਖੇਤ ਜੋ ਮੰਡਿਓ ਸੂਰਮਾ ਅਬ ਜੂਝਨ ਕੋ ਦਾਓ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ ਜੋ ਕਾਲ ਕਿਰਪਾ ਕਰਾਏ। ਅਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ। ਗੁਰ ਨਵ ਨਿਧ ਧਰਿਆਓ ਜਨਮ ਹਮ ਕਾਲਖ ਧੋਵੈ। ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਦੂਜਾ। ਅੱਗੇ ਪਾਲਾ ਕੇ ਕਰੇ ਸੂਰਜ ਕੇ ਰਾਤ। ਚੰਦ ਅਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ। ਧਰਤੀ ਚੀਜ ਕੇ ਕਰੇ ਜਿਸ ਵਿੱਚ ਸਭ ਕਿਛ ਹੋਏ। ਨਾਨਕ ਤਾਂ ਪਤ ਜਾਣੀਐ ਜਾਂ ਪਤ ਰਖੈ ਸੋਏ। ਅੱਗੇ ਪਾਲਾ ਕੇ ਕਰੇ ਸੂਰਜ ਕੇ ਰਾਤ। ਚੰਦ ਅਨੇਰਾ ਕੇ ਕਰੇ ਹੁਣ ਪਾਣੀ ਕਿਆ ਜਾਤ। ਧਰਤੀ ਚੀਜ ਕੇ ਕਰੇ
ਜਿਸ ਵਿੱਚ ਸਭ ਕਿਛ ਹੋਏ, ਨਾਨਕ ਤਾਂ ਪਤ ਜਾਣੀਐ, ਜਾਂ ਪਤ ਰਖੈ ਸੋਏ। ਪੌੜੀ ਤੁਧ ਸੱਚੇ ਸੁਭਾਨ, ਸਦਾ ਕਲਾਣਿਆ, ਤੂੰ ਸੱਚਾ ਦੀਵਾਨ, ਹੋਰ ਆਵਣ ਜਾਣਿਆ। ਸੱਚ ਜੇ ਮੰਗਹਿ ਦਾਨ, ਸੇ ਤੁਧਾ ਜਿਹਾ, ਸੱਚ ਤੇਰਾ ਫੁਰਮਾਨ, ਸ਼ਬਦੇ ਸੋਹਿਆ। ਮਨਿਐ ਗਿਆਨ ਧਿਆਨ, ਤੁਧਾ ਤੇ ਪਾਇਆ। ਕਰਮ ਪਵੈ ਨਿਸ਼ਾਨ, ਨਾ ਚਲੈ ਚਲਾਇਆ। ਤੂੰ ਸੱਚਾ ਦਾਤਾਰ, ਨਿਤ ਦੇਵਹਿ ਚੜ੍ਹੈ ਸਵਾਇਆ। ਨਾਨਕ ਮੰਗੈ ਦਾਨ, ਜੋ ਤੁਧ ਪਾਇਆ। ਤੂੰ ਸੱਚਾ ਦਾਤਾਰ, ਨਿਤ ਦੇਵਹਿ ਚੜ੍ਹੈ ਸਵਾਇਆ। ਨਾਨਕ ਮੰਗੈ ਦਾਨ, ਜੋ ਤੁਧ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, 10 ਪਾਤਸ਼ਾਹੀਆਂ ਦੇ ਆਤਮਕ ਸਰੂਪ, ਪਤਿਤ ਪਾਵਨ ਸਤਿਗੁਰੂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਦਇਆ ਸਦਕਾ ਆਪ ਜੀ ਚੌਜੀ ਪਾਤਸ਼ਾਹ ਜੀ ਦੇ ਮਹਾਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਸਤ ਸੰਗਤ ਦੀਆਂ ਕੜੀਆਂ ਦਾ ਆਨੰਦ ਮਾਣ ਰਹੇ ਹੋ। ਹਜ਼ੂਰ ਦੇ ਪਵਿੱਤਰ ਸਜੇ ਹੋਏ ਦੀਵਾਨ ਅੰਦਰ ਤੁਰ ਕੀ ਬਾਣੀ ਦੀ ਕਥਾ ਦਾ ਸਮਾਂ ਹੈ। ਸਤ ਸੰਗਤ ਜੀ, ਸ਼ਹੀਦੀ ਦਿਹਾੜੇ ਚੱਲ ਰਹੇ ਹੈ। ਅੱਜ 6 ਜੂਨ ਦਾ ਦਿਨ ਹੈ, ਜਦੋਂ ਮਰ ਜੀਵੜਿਆਂ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਖੁੱਲ੍ਹੇ ਵਿਹੜੇ ਵਿੱਚ ਸ਼ਹਾਦਤ ਦੀ ਦੇਵੀ ਨੂੰ ਵਰਿਆ। ਹੱਸ ਹੱਸ ਕੇ ਸ਼ਹੀਦੀਆਂ ਦੇ ਬਾਟੇ ਛਕੇ। ਉਹ ਆਪਾਂ ਇਤਿਹਾਸ ਪਿਛਲੇ ਕੁਝ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹਾਂ। ਸ਼ੇਸ਼ ਇਤਿਹਾਸ ਅੱਜ ਸਰਵਣ ਕਰਾਂਗੇ। ਅੱਜ ਦਾ ਵਿਸ਼ੇਸ਼ ਦਿਨ ਹੈ। ਕਿਉਂ ਵਿਸ਼ੇਸ਼ ਹੈ? ਅੱਜ ਦੇ ਦਿਨ ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ ਜੀ ਧਰਮਵੀਰ ਸਤਿਗੁਰੂ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਅਵਤਾਰ ਧਾਰਨ ਦਾ ਦਿਨ ਹੈ। ਸਤਿਗੁਰਾਂ ਜੀ ਦਾ ਅਵਤਾਰ ਗੁਰਪੁਰਬ ਹੋਣ ਕਰਕੇ ਸੰਖੇਪ ਜੀਵਨ ਸਤਿਗੁਰਾਂ ਜੀ ਦਾ ਆਪਾਂ ਸਰਵਣ ਕਰਾਂਗੇ। ਫਿਰ ਸ਼ਹੀਦਾਂ ਦੇ ਚਰਨ ਪਰਸਦੇ ਹੋਏ ਲੜੀਵਾਰ ਕਥਾ ਸਰਵਣ ਕਰਾਂਗੇ। ਜਿਹੜੇ ਦਿਨ ਜਿਨ੍ਹਾਂ ਸਮਿਆਂ 'ਤੇ ਸਤਿਗੁਰੂ ਜੀ ਧਰਤੀ 'ਤੇ ਅਵਤਰੇ ਹਨ ਨਾ, ਉਹ ਸਮੇਂ ਬਹੁਤ ਵਿਸ਼ੇਸ਼ ਨੇ। ਉਹ ਦਿਨ ਬਹੁਤ ਵਿਸ਼ੇਸ਼ ਹਨ। ਇੱਕ ਤਾਂ ਸਤਿਗੁਰੂ ਜੀ ਦੇ ਆਉਣ ਕਰਕੇ ਉਹ ਦਿਨ ਧੰਨ ਹੋ ਗਏ, ਉਹ ਸਮਾਂ ਧੰਨ ਹੋ ਗਿਆ।
दूसरा साध संगत जी, उस समय की भी बहुत भारी विशेषता है अपने आप विच भी। जदों निरंकार स्वरूप सतगुरु जी ने अवतार धारिया है, धन गुरु अर्जन देव सच्चे पातशाह जी महाराज जी के गृह विखे सत्कारयोग माता गंगा जी के उधर तो गुरु की वडाली के नाम नाल प्रसिद्ध नगर है, जिथे धर्मवीर सतगुरां जी का अवतार होया। सतगुरां जी ने शुकराने विच शब्द उचारण कीते सी, परमेश्वर दिता बन्ना दुख रोग का डेरा पन्ना, आनंद करहे नर नारी हर हर प्रभ कृपा तारी। सतगुरां जी ने परमेश्वर का शुकराना किया। वाहिगुरु जी ने महाराज जी ने बाणी विच शब्द कहे कि सानू पुत्र की दात बख्शिश की है। भावें अंतरीब अर्थ ने परमार्थ का सतगुरां उपदेश दिता है, सतगुरु जी ने सानू व्यवहारक उपदेश भी दिते है, परमार्थ को उपदेश भी सतगुरां बख्शिया है। तो साध संगत जी, सतगुरु जी ने सानू ये आग्ञा की है कि दिती हुई दात का सदा निरंकार का शुकराना करना, वाहिगुरु जी का धन्यवाद करना, फिर परमेश्वर की बेअंत खुशी प्राप्त होंदी है। माता गंगा जी बड़े सुधे सुभाव दे, बड़ा निरछल सुभाव सी माता जी का। बीबी करमों ने ताना मारिया सी कि तुहानू नहीं पुत्र प्राप्त होना, ये जिहड़ी गुरियाई की दात है, तख्त है, ये मेरे पुत्र मेहरबान नू मिलेगा। क्योंकि ये समझिया जाता सी ना पहला कि जिहड़ा राजे का वड्डा पुत्र हुंदा है उन्होंने तख्त मिलता है, फिर वड्डे पुत्र का वड्डा पुत्र उन्होंने तख्त मिलता है। पर ये गुरु नानक साहब सच्चे पातशाह जी महाराज ने पलटती सी मर्यादा। हो रियो गंग बहाई है दुनियाई आखै कि क्यों। गुरु बाबा जी ने उल्टी गंगा वकाती। दुनिया कहती है की करता, दुनिया के भाव महाराज ने उल्टी गंगा वगाई, पर सतगुरां सीधी वगाई। सेवक नूं दात दिती सच्चे पातशाह ने। फिर साध संगत जी, ये सेवा भावना बीबी भानी जी का वर मंगना ते गुरु अर्जन साहब जी महाराज नूं घर की वस्त घरे रहावै बचन कहे है भाई गुरदास जी ने। फिर गुरु अर्जन साहब जी महाराज नूं गुरियाई तख्त जिहड़ा सी गुरु रामदास साहब जी ने बख्शिश किया। गुरु हरगोबिंद साहब सच्चे पातशाह जी महाराज जी दे मन दे अंदर ये जदों अवतार धारण की बाबत साध संगत जी जिक्र करन लगे हैं, संखेप ही महाराज जी का जीवन आपने प्यार नाल सरवण करना। जदों बीबी करमों ने बहुत ताना मारिया ते माता गंगा जी का दिल बहुत दुखिया, हजूर दे चरनां च बेनती की, महाराज आप दे दर तो सारा संसार ही झोलियां भरदा है, महाराज आप दे दासी दी भी झोली विच खैर पाओ। सतगुरां जी कहा की इच्छा है, महाराज सानू पुत्र की दात बख्शो, सरीके ताना मारदे है। महाराज साहब जी ने आख्या गंगा ये दात तो फिर गुरु नानक साहब दे सेवक दे सकते, भावें कि सतगुरु जी दे कोल जिथे संसार दे जियां नूं दातां दई जांदे है, आपदे घर नहीं दात दे सकते। नाले सतगुरु जी तो सब कुछ जानते है, पर महाराज जी ने माता जी नूं जिहड़ी गुरु घर दी मुख मर्यादा वो सिखाउणी है कि गुरु नानक साहब दे घर दे अंदर निमरता प्रधान है, निर्माण हो के दातां मिलदियां। जे अपने महिला नूं सिखा रहे है तो सतगुरु जी सानू सिखां नूं दस रहे है कि गुरु नानक साहब दे घरों जे कुछ प्राप्त हो सकता है तो वह भाई निर्माणता नाल ही प्राप्त हो सकता है। हजूर ने आख्या गुरु नानक साहब जी दे परम सेवक बाबा बुढ़ा साहब जी ये दात करन दे समर्थ है, तुसीं जाओ उन्हां दी सेवा करके प्रसन्नता लो। बाबा बुढ़ा साहब जी जरूर वर देणगे, खाली नहीं मोड़नगे। ये हजूर ने जदों आग्ञा की, वेखो अपने महिला नूं भी सिखाया कि गुरु के सिख किड्डे महान हुंदे। जे महाराज एडे नलायक है, कई इन्हां साखियां ते साध संगत जी शंके करदे, कहंदे कि वेखो इहदे च महाराज की नरादरी है कि बाबा बुढ़ा साहब कोल घल्लिया। महाराज की नरादरी नहीं,
ਇਹ ਸਤਿਗੁਰਾਂ ਜੀ ਦੀ ਵੱਡੀ ਵਡਿਆਈ ਹੈ ਕਿ ਮਹਾਰਾਜ ਆਪਣੇ ਸੇਵਕਾਂ ਨੂੰ ਮਾਣ ਦਿੰਦੇ ਸੱਚੇ ਪਾਤਸ਼ਾਹ ਜੀ। ਇਹ ਮੁੱਢ ਕਦੀਮੀ ਤੋਂ ਗੁਰੂ ਘਰ ਦੀ ਮਰਿਆਦਾ ਹੈ। ਸਤਿਗੁਰਾਂ ਜੀ ਨੇ ਇਹ ਸਾਧ ਸੰਗਤ ਜੀ ਸਿਧਾਂਤ ਸਥਾਪਿਤ ਕਰਨੇ, ਇਸ ਕਰਕੇ ਮਹਾਰਾਜ ਆਪਦੇ ਘਰ ਵਿੱਚ ਵੀ ਇਹੀ ਅਸੂਲ ਰੱਖਿਆ। ਆਖਿਆ ਗੁਰੂ ਨਾਨਕ ਸਾਹਿਬ ਜੀ ਦੇ ਉਹ ਪਰਮ ਸੇਵਕ ਨੇ, ਉਹਨਾਂ ਦੀ ਰਸਨਾ ਦਾ ਕਿਹਾ ਹੋਇਆ ਵਾਕ ਗੰਗਾ ਖਾਲੀ ਨਹੀਂ ਜਾਂਦਾ। ਜਾਓ ਉਹਨਾਂ ਦੀ ਸੇਵਾ ਕਰੋ, ਉਹ ਤੁਹਾਨੂੰ ਜ਼ਰੂਰ ਬਖਸ਼ਿਸ਼ ਕਰਨਗੇ। ਮਾਤਾ ਗੰਗਾ ਜੀ ਦਾ ਜਾਣਾ ਆਪਾਂ ਇਤਿਹਾਸ ਸੁਣਿਆ। ਮੈਂ ਸੰਖੇਪ ਹੀ ਟੂਕਾ ਮਾਤਰ ਹੀ ਬਚਨ ਕਰਾਂਗਾ, ਤੇ ਕਿਉਂਕਿ ਅੱਜ ਸਤਿਗੁਰਾਂ ਜੀ ਦਾ ਪ੍ਰਕਾਸ਼ ਗੁਰਪੁਰਬ ਹੈ, ਭਾਵੇਂ ਕਿ ਇਤਿਹਾਸ ਸੁਣਿਆ ਹੀ ਹੋਵੇ, ਪਰ ਜਦੋਂ ਮਹਾਰਾਜ ਜੀ ਦਾ ਦਿਹਾੜਾ ਹੁੰਦਾ ਨਾ, ਇਹ ਫਿਰ ਸੁਣਨਾ ਜਿਵੇਂ ਸਤਿਗੁਰਾਂ ਦੇ ਸਰਵਣ ਦਰਸ਼ਨ ਹੁੰਦੇ। ਇਹ ਸਾਧ ਸੰਗਤ ਜੀ ਸਿੱਖੀ ਪ੍ਰਾਪਤ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਦਾ ਵਰ ਲੈਣ ਵਾਸਤੇ ਮਾਤਾ ਜੀ ਜਦੋਂ ਰਥਾਂ 'ਤੇ ਚੜ੍ਹ ਕੇ ਗਏ ਸੀ, ਤੇ ਧੂੜ ਉੱਡਦੀ ਵੇਖ ਕੇ ਬਾਬਾ ਬੁੱਢਾ ਸਾਹਿਬ ਨੇ ਸੁਭਾਇਕ ਪੁੱਛਣਾ ਕਿ ਕੌਣ ਆ ਰਿਹਾ ਏ। ਤੇ ਗੁਰੂ ਸਾਹਿਬ ਦੇ ਜਿਹੜੇ ਸਾਧ ਸੰਗਤ ਜੀ ਰਥ ਹੁੰਦੇ ਸੀ, ਉਹ ਵਿਸ਼ੇਸ਼ ਹੁੰਦੇ ਸੀ। ਸੋਨੇ ਦੇ ਉੱਤੇ ਜਿਹੜੇ ਰਥਾਂ ਦੇ ਉਹ ਸਾਧ ਸੰਗਤ ਜੀ ਜਿਹੜੇ ਸੀ ਉਹ ਗੁੰਬਦ ਬਣੇ ਹੁੰਦੇ ਸੀਗੇ, ਤੇ ਧਵਜ ਵੀ ਨਿਸ਼ਾਨ ਵੀ ਜਿਹੜਾ ਸੀ ਉਹ ਵੀ ਲਹਿਰਾਉਂਦਾ ਹੁੰਦਾ ਸੀ। ਤੇ ਉਹ ਕੇਵਲ ਗੁਰੂ ਸਾਹਿਬ ਦੇ ਮਹਿਲਾਂ ਦੇ ਜਾਂ ਗੁਰੂ ਸਾਹਿਬ ਦੇ ਜਿੱਥੇ ਮਹਾਰਾਜ ਆਪ ਸਵਾਰੀ ਕਰਨ ਉਸ ਰਥ ਤੇ ਹੀ ਲਹਿਰਾਉਂਦਾ ਸੀ। ਤੇ ਵੇਖ ਕੇ ਉਸ ਧਵਜ ਵੱਲ ਕਿਹਾ ਕਿ ਗੁਰੂ ਕੇ ਆ ਰਹੇ ਹੈ, ਗੁਰੂ ਕੇ ਮਹਿਲਾਂ ਦਾ ਰਥ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿ ਇਹ ਗੁਰੂ ਕਿਆਂ ਨੂੰ ਕਿੱਧਰ ਭਾਜੜਾਂ ਪੈ ਗਈਆਂ। ਵੇਖੋ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਬਚਨ। ਤੇ ਸਿੱਖ ਨੇ ਲਾਗੋਂ ਸੁਣ ਕੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ, ਉਹ ਜੱਟਾਂ ਵਾਲੀ ਕਰਤੀ, ਗੁਰੂ ਕਿਆਂ ਨੂੰ ਵੀ ਬਖਸ਼ਿਆ ਨਹੀਂ, ਗੁਰੂ ਕਿਆਂ ਵਾਸਤੇ ਇਹ ਬੋਲ ਕਹਿਤਾ। ਤੇ ਬਾਬਾ ਬੁੱਢਾ ਸਾਹਿਬ ਨੇ ਕਿਹਾ, ਭਾਈ ਤੂੰ ਗੁਰੂ ਕਿਆਂ ਨਾਲ ਸਾਡੀ ਸਿੱਧੀ ਗੱਲ ਹੈ, ਤੇ ਤੂੰ ਸੂਰ ਵਾਂਗੂ ਘੁਰ ਘੁਰ ਕਿਉਂ ਵਿੱਚ ਕਰਦਾ। ਉਹ ਤਾਂ ਡਰ ਗਿਆ ਬਾਬਾ ਜੀ ਦਾ ਇਹ ਬਚਨ ਸੁਣ ਕੇ। ਕਹਿਣ ਲੱਗਾ, ਮਹਾਰਾਜ ਤੁਹਾਡਾ ਬਚਨ ਤਾਂ ਕੋਈ 33 ਕਰੋੜ ਦੇਵੀ ਦੇਵਤਿਆਂ ਚੋਂ ਨਹੀਂ ਮੋੜ ਸਕਦਾ। ਖੁਦ ਬ੍ਰਹਮਾ ਵਰਗੇ ਹੱਥ ਜੋੜ ਕੇ ਆਪ ਦੇ ਭੈ ਕਰਦੇ ਖਲੋ ਕੇ ਬਚਨ ਮੰਨਦੇ ਐ। ਮਹਾਰਾਜ ਹੁਣ ਇਹ ਮੇਰੀ ਮੁਕਤ ਕਿਵੇਂ ਹੋਊਗੀ। ਕਹਿਣ ਲੱਗੇ, ਤੇਰੀ ਮੁਕਤ ਦਾ ਕਾਰਨ ਵੀ ਮਾਤਾ ਸਾਹਿਬ ਜੀ ਦੇ ਵਰਦਾਨ ਚੋਂ ਹੀ ਨਿਕਲੇਗਾ। ਹੁਣ ਕਹਿਣ ਲੱਗਾ, ਮਹਾਰਾਜ ਦੱਸ ਦਿਓ ਮੈਨੂੰ। ਕਹਿਣ ਲੱਗੇ, ਅੱਜ ਤਾਂ ਨਹੀਂ, ਕੱਲ੍ਹ ਨੂੰ ਮਾਤਾ ਜੀ ਆਉਣਗੇ ਹੁਣ ਗੁਰੂ ਸਾਹਿਬ ਦੀ ਪ੍ਰੇਰਨਾ ਨਾਲ, ਤੇ ਗੁਰੂ ਨਾਨਕ ਸਾਹਿਬ ਦੇ 6ਵੇਂ ਸਰੂਪ ਦਾ ਅਵਤਾਰ ਇਹਨਾਂ ਦੀ ਕੁੱਖ ਤੋਂ ਹੋਏਗਾ। ਜਦੋਂ ਭਰ ਜਵਾਨੀ ਵਿੱਚ ਹੋਣਗੇ ਨਾ ਗੁਰੂ ਪਾਤਸ਼ਾਹ ਜੀ, ਇੱਥੇ ਇਸੇ ਜੰਗਲ 'ਚ ਹੀ ਤੂੰ ਨਾ ਸੂਰ ਬਣ ਕੇ ਵਿਚਰਦਾ ਹੋਵੇਂਗਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਤੈਨੂੰ ਆਪਣੇ ਹੱਥੀਂ ਮਾਰ ਕੇ ਤੇਰੇ ਸਰੀਰ ਦਾ ਅੱਧ ਵਿਚਕਾਰੋਂ ਕੱਟ ਕੇ ਤੈਨੂੰ ਸਦਗਤੀ ਪ੍ਰਦਾਨ ਕਰਨਗੇ। ਉਹ ਸਾਧ ਸੰਗਤ ਜੀ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਜਿੱਥੇ ਮਹਾਰਾਜ ਜੀ ਨੇ ਘੋੜੇ ਤੇ ਚੜ੍ਹਿਆ ਹੋਇਆ ਸਤਿਗੁਰੂ ਨੇ ਸਰਪੱਟ ਭੱਜਦਿਆਂ ਹੋਇਆਂ ਇਹ ਸੂਰ ਜਿਹੜਾ ਸੀ, ਇਹਨੇ ਬਾਬਾ ਬਿਧੀ ਚੰਦ ਜੀ ਦੇ ਘੋੜੇ ਨੂੰ ਠੇਡਾ ਲਾ ਕੇ ਤੇ ਬਿਧੀ ਚੰਦ ਜੀ ਡਿੱਗ ਗਏ ਸੀ ਟੋਏ ਦੇ ਵਿੱਚ। ਮਹਾਰਾਜ ਹੱਸ ਪਏ। ਸਤਿਗੁਰੂ ਕਹਿੰਦੇ, ਬਿਧੀਆ ਏਡਾ ਬਹਾਦਰ ਤੂੰ, ਤੈਨੂੰ ਸੂਰ ਨੇ ਸਿੱਟ ਦਿੱਤਾ ਹੈ। ਤੇ ਬਿਧੀ ਚੰਦ ਜੀ ਹੱਥ ਜੋੜ ਕੇ ਕਹਿੰਦੇ, ਮਹਾਰਾਜ ਇਹ ਤੁਸੀਂ ਜਾਣਦੇ ਹੋ ਕਿ ਸੂਰ ਕੀ ਬਲਾ ਹੈ, ਮੈਨੂੰ ਨਹੀਂ ਪਤਾ। ਸਤਿਗੁਰਾਂ ਜੀ ਨੇ ਫਿਰ ਭੱਜੇ ਜਾਂਦੇ ਸੂਰ ਦੇ ਬਰਾਬਰ ਆਪਣਾ ਘੋੜਾ ਸਤਿਗੁਰਾਂ ਜੀ ਨੇ ਕੀਤਾ। ਐਡਾ ਮਹਾਰਾਜ ਦਾ ਸਰੀਰ ਦਾ ਡੀਲ ਡੌਲ ਸੀ, ਪਰ ਸਰੀਰ ਦਾ ਸੰਤੁਲਨ ਮਹਾਰਾਜ ਘੋੜੇ ਦੇ ਉੱਤੇ ਕਿਵੇਂ ਬਰਕਰਾਰ ਰੱਖਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੱਜੀ ਰਕਾਬ ਦੇ ਭਾਰ ਹੋ ਕਰਕੇ, ਸੂਰ ਨੀਵਾਂ ਹੁੰਦਾ ਸਾਧ ਸੰਗਤ ਜੀ, ਘੋੜੇ ਤੋਂ ਵਾਰ ਮਾਰਨਾ ਹੋਵੇ ਤੇ ਸੂਰ ਦੇ ਵਾਰ ਮਾਰਨਾ ਬੜਾ ਔਖਾ ਹੈ। ਸਤਿਗੁਰਾਂ ਜੀ ਨੇ ਸੱਜੀ ਰਕਾਬ ਤੇ ਆਪਦੇ ਸਾਰੇ ਸਰੀਰ ਦਾ ਭਾਰ ਸਿੱਟ ਕੇ ਘੋੜੇ ਦੇ ਧੌਣ ਦੇ ਕੇਸ ਜਿਹੜੇ ਸੀ ਖੱਬੀ ਬਾਜੂ ਨਾਲ ਪਕੜ ਕੇ ਇੰਨਾ ਸਰੀਰ ਮਹਾਰਾਜ ਨੇ ਸੱਜੇ ਪਾਸੇ ਨੂੰ ਲਫਾ ਦਿੱਤਾ ਕਿ ਸਤਿਗੁਰੂ ਜੀ ਨੇ ਭੱਜੇ ਜਾਂਦੇ ਸੂਰ ਦੇ ਲੱਕ ਦੇ ਵਿੱਚ ਭਾਰੀ ਤੇਗੇ ਦਾ ਜਦੋਂ ਭਰਵਾਂ ਵਾਰ ਕੀਤਾ ਨਾ, ਤੇ ਉਹ ਸਰੀਰ ਦਫਾੜ ਹੋ ਗਿਆ। ਮਹਾਰਾਜ ਦਾ ਤੇਗਾ ਧਰਤੀ ਨੂੰ ਛੋਹ ਕੇ ਉੱਠਿਆ ਫਿਰ, ਤੇ ਹਜ਼ੂਰ ਨੇ ਗਾਤਰੇ ਕਰ ਲਿਆ। ਭੱਜੇ ਜਾਂਦੇ ਹੋਏ ਸੂਰ ਨੂੰ ਜਦੋਂ ਦਫਾੜ ਕੀਤਾ ਤੇ ਵੇਖ ਕੇ ਸਿੱਖ ਦੰਗ ਰਹਿ ਗਏ। ਇਹ ਸਤਿਗੁਰੂ ਜੀ ਦੀ ਜੰਗੀ ਵਿੱਦਿਆ ਦਾ ਸਾਧ ਸੰਗਤ ਜੀ ਕਮਾਲ ਹੈ।
ਤੇ ਫਿਰ ਉਸ ਸਿੱਖ ਦੀ ਬਾਬਤ ਵੀ ਸਤਿਗੁਰਾਂ ਜੀ ਨੇ ਉਹਦੀ ਦਿਵ ਰੂਹ ਨੂੰ ਬਚਨ ਕਰਾਉਣੇ ਤੇ ਸੱਚਖੰਡ ਤੋਰਨਾ, ਸਦਗਤੀ ਪ੍ਰਦਾਨ ਕਰਨੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਬਾਰੇ ਬਾਬਾ ਬੁੱਢਾ ਸਾਹਿਬ ਜੀ ਤ੍ਰੈਕਾਲਦਰਸ਼ੀ ਨੇ, ਜਾਣਦੇ ਹਨ। ਪਰ ਜਿਸ ਕਾਰਜ ਕਰਕੇ ਗੁਰੂ ਅਰਜਨ ਸਾਹਿਬ ਨੇ ਭੇਜਿਆ ਏ ਮਾਤਾ ਜੀ ਨੂੰ, ਗੁਰੂ ਕਿਆਂ ਨੂੰ, ਉਹ ਮਹਾਰਾਜ ਸਾਹਿਬ ਜੀ ਦੀ ਆਗਿਆ ਮੁਤਾਬਕ ਜਾਚ ਵੀ ਸਿਖਾਉਣੀ ਹੈ ਕਿ ਸਾਡੇ ਘਰ ਵਿੱਚ ਵੀ ਕਿਸੇ ਨੂੰ ਮਾਣ ਨਾ ਰਹੇ ਕਿ ਅਸੀਂ ਗੁਰੂ ਕੇ ਹਾਂ। ਗੁਰੂ ਨਾਨਕ ਸਾਹਿਬ ਜੀ ਦਾਤ ਜਿਹੜੀ ਹੈ ਨਾ ਉਹ ਸਿੱਖ ਬਣ ਕੇ ਮਿਲਦੀ ਹੈ। ਇਹ ਨਾ ਸਮਝ ਲੈ ਕੋਈ ਕਿ ਮੈਂ ਗੁਰੂ ਜੀ ਦਾ ਪਰਿਵਾਰਕ ਮੈਂਬਰ ਵਾਂ, ਨਹੀਂ। ਸਤਿਗੁਰੂ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਭਾਈ ਵਿਧੀ ਵਿਧਾਨ ਹੀ ਐਸਾ ਬਣਾਇਆ, ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਨਿਮਰਤਾ ਨਾਲ ਝੁਕਦਾ ਹੈ ਉਹਦੀਆਂ ਝੋਲੀਆਂ ਗੁਰੂ ਨਾਨਕ ਸਾਹਿਬ ਜੀ ਭਰ ਦਿੰਦੇ ਆ। ਫਿਰ ਆ ਕੇ ਮਾਤਾ ਜੀ ਦਾ ਬੇਨਤੀ ਕਰਨਾ ਤੇ ਬਾਬਾ ਬੁੱਢਾ ਸਾਹਿਬ ਨੇ ਆਖਣਾ, ਮਾਤਾ ਜੀ ਮੈਂ ਤਾਂ ਸੇਵਕ ਵਾਂ, ਗੁਰੂ ਸਾਹਿਬ ਜੀ ਦੇ ਕੋਲ ਸਭ ਦਾਤਾਂ ਨੇ, ਆਪ ਸਤਿਗੁਰੂ ਜੀ ਮਾਲਕ ਹਨ, ਆਪ ਸਤਿਗੁਰਾਂ ਦੇ ਚਰਨਾਂ 'ਚ ਹੀ ਬੇਨਤੀ ਕਰੋ। ਜਦੋਂ ਇਹ ਕਹਿ ਕੇ ਮੋੜਿਆ, ਸੇਵਕਾਂ ਨੇ ਮਾਤਾ ਜੀ ਦੇ ਕੰਨ ਆਵਾਜ਼ ਪਾਈ ਕਿ ਤੁਹਾਡੇ ਰੱਥ ਵੇਖ ਕੇ ਭਾਜੜਾਂ ਪੈਣ ਦਾ ਬਚਨ ਕਰ ਚੁੱਕੇ ਆ ਬਾਬਾ ਬੁੱਢਾ ਸਾਹਿਬ। ਮਾਤਾ ਜੀ ਨੇ ਸ਼ਾਮ ਨੂੰ ਪਰਤਣਾ, ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰਨੀ, ਮਹਾਰਾਜ ਵਰਤਾਂ ਕੀ ਲੈਣਾ ਸੀ? ਮਹਾਰਾਜ ਭਾਜੜਾਂ ਪੈਣ ਦਾ ਬਚਨ ਕਰਤਾ ਬਾਬਾ ਬੁੱਢਾ ਸਾਹਿਬ ਨੇ। ਹਜੂਰ ਹੱਸ ਪਏ ਸੁਣ ਕੇ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਬੇਖੌਫ ਹੁੰਦੇ ਆ ਗੁਰੂ ਨਾਨਕ ਸਾਹਿਬ ਦੇ ਸੇਵਕ। ਤੇ ਗੰਗਾ ਤੁਸੀਂ ਗਏ ਕਿਵੇਂ ਸੀ? ਦੱਸਿਆ ਮਹਾਰਾਜ ਇਵੇਂ ਗਏ ਸੀ। ਹਜੂਰ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਸੇਵਕ ਬਣ ਕੇ ਜਾਈਏ ਨਾ ਫਿਰ ਦਾਤ ਮਿਲਦੀ ਹੈ, ਗੁਰੂ ਕੇ ਬਣ ਕੇ ਨਾ ਜਾਓ। ਬਾਬਾ ਬੁੱਢਾ ਸਾਹਿਬ ਜੀ ਦੇ ਸ਼ਰਨ ਵਿੱਚ ਜਾਣਾ ਤੇ ਨਿਮਾਣੇ ਸਿੱਖ ਵਜੋਂ ਜਾਓ। ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਗੁਰਮਤਿ ਪੜ੍ਹੀ ਹੈ, ਕਦੇ ਹੋ ਨਹੀਂ ਸਕਦਾ ਕਿ ਤੁਹਾਨੂੰ ਖਾਲੀ ਮੋੜ ਦੇਣਗੇ, ਪਰ ਤੁਹਾਡੇ ਜਾਣ 'ਚ ਫਰਕ ਸੀਗਾ, ਤੁਸੀਂ ਗਏ ਨਹੀਂ ਸੀ ਗੁਰਮਤਿ ਅਨੁਸਾਰ। ਤੇ ਮਹਾਰਾਜ ਜੀ ਤੋਂ ਪੁੱਛਿਆ ਫਿਰ ਹਜੂਰ ਕਿਵੇਂ ਜਾਈਦਾ ਸਤਿਪੁਰਸ਼ਾਂ ਦੀ ਸ਼ਰਨ ਵਿੱਚ? ਮਹਾਰਾਜ ਕਹਿੰਦੇ ਨੇ ਰੱਥ ਤੇ ਚੜ੍ਹ ਕੇ ਨਾ ਜਾਇਓ, ਨੰਗੇ ਚਰਨੀ ਜਾਓ, ਆਪਣੇ ਹੱਥੀਂ ਪ੍ਰਸ਼ਾਦਾ ਬਣਾਓ ਤੇ ਬੜੀ ਭਾਵਨਾ ਨਾਲ ਸ਼ਰਧਾ ਰੱਖ ਕੇ ਜਾ ਕੇ ਛਕਾਓ ਤੇ ਫਿਰ ਨਿਮਰਤਾ ਨਾਲ ਬੇਨਤੀ ਕਰਿਓ। ਫਿਰ ਬਾਬਾ ਬੁੱਢਾ ਸਾਹਿਬ ਜੀ ਕੀ ਕਹਿਣਗੇ ਸਾਨੂੰ ਆ ਕੇ ਦੱਸਿਓ। ਸਤ ਬਚਨ ਮਹਾਰਾਜ। ਖੁਦ ਮਾਤਾ ਗੰਗਾ ਜੀ ਨੰਗੇ ਚਰਨੀ, ਗੁਰੂ ਮਹਾਰਾਜ ਜੀ ਦੇ ਮਹਿਲ, ਗੁਰੂ ਅਰਜਨ ਸਾਹਿਬ ਦੇ ਮਹਿਲ, ਜਿਨ੍ਹਾਂ ਨੂੰ ਸਾਰੇ ਸਿੱਖ ਮਾਤਾ ਜੀ ਕਹਿ ਕੇ ਸਤਿਕਾਰ ਦਿੰਦੇ, ਖੁਦ ਬਾਬਾ ਬੁੱਢਾ ਸਾਹਿਬ ਜੀ ਆਪ ਜੀ ਨੂੰ ਮਾਤਾ ਜੀ ਕਹਿੰਦੇ ਆ, ਕਿਉਂਕਿ ਆਪ ਗੁਰੂ ਸਾਹਿਬ ਦੇ ਮਹਿਲ ਹਨ। ਜਦੋਂ ਨੰਗੇ ਚਰਨੀ ਜਾ ਰਹੇ ਹੈ, ਇੱਕ ਦਾਸੀ ਨਾਲ ਹੈ, ਮਾਤਾ ਜੀ ਨੇ ਆਪ ਪ੍ਰਸ਼ਾਦਿਆਂ ਦੀ ਗੰਢ ਚੱਕੀ ਹੋਈ ਹੈ, ਦਾਸੀ ਦੇ ਸਿਰ ਤੇ ਲੱਸੀ ਦੀ ਚਾਟੀ ਚੱਕੀ ਹੋਈ ਹੈ, ਮਿੱਸੇ ਪ੍ਰਸ਼ਾਦੇ ਬਣਾਏ ਹੈ, ਕੁਝ ਪਿਆਜ਼ ਨਾਲ, ਤੇ ਇਉਂ ਲੈ ਕੇ ਮਾਤਾ ਜੀ ਤੁਰੇ ਜਾ ਰਹੇ। ਦੁਪਹਿਰ ਹੋ ਗਈ, ਤਕਰੀਬਨ 20-25 ਕਿਲੋਮੀਟਰ ਦਾ ਫਾਸਲਾ ਹੋਵੇਗਾ ਅੰਮ੍ਰਿਤਸਰ ਸਾਹਿਬ ਤੋਂ ਬੀੜ ਸਾਹਿਬ ਦਾ। ਬਾਬਾ ਬੁੱਢਾ ਸਾਹਿਬ ਜੀ ਖੇਤਾਂ ਵਿੱਚ ਕੰਮ ਕਰ ਰਹੇ ਸੀ। ਸਿਖਰ ਦੁਪਹਿਰਾ, ਡਾਢੀ ਭੁੱਖ ਲੱਗੀ ਤੇ ਜਦੋਂ ਦੂਰੋਂ ਆਉਂਦਿਆਂ ਹੋਇਆਂ ਤੱਕਿਆ, ਕਿਹਾ ਕੌਣ ਆ ਰਹੇ ਹੈ? ਕਿਹਾ ਮਹਾਰਾਜ ਜੀ ਦੇ ਮਹਿਲ ਆ ਰਹੇ ਮਾਤਾ ਗੰਗਾ ਜੀ। ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਇਹ ਦਰਸਾਉਣਾ ਸੀ ਕਿ ਨਿਮਰਤਾ ਹੋਵੇ ਤੇ ਫਿਰ ਕਿੰਨਾ ਦਿਲ ਦਰਬਦਾ ਹੈ। ਆਖਿਆ ਗੁਰੂ ਕੇ ਮਹਿਲ ਆ ਰਹੇ ਹੈ, ਬਿਨਾਂ ਰੱਥ ਤੋਂ ਆ ਰਹੇ ਹੈ? ਹਾਂ ਬਾਬਾ ਬੁੱਢਾ ਸਾਹਿਬ ਜੀ ਨੰਗੇ ਚਰਨੀ ਆ ਰਹੇ ਹੈ। ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਆਪ ਅੱਗੋਂ ਆਂਡੀ ਗਏ। ਇਹ ਨਹੀਂ ਕਿ ਉੱਥੇ ਆਪ ਬੈਠੇ ਰਹੇ ਹੈ, ਅੱਗੋਂ ਆਂਡੀ ਗਏ ਹੈ, ਮਾਤਾ ਜੀ ਨੂੰ ਨਮਸਕਾਰ ਕੀਤੀ ਹੈ, ਜਿਹੜੀ ਪ੍ਰਸ਼ਾਦਿਆਂ ਦੀ ਗੰਢ ਹੈ ਉਹ ਆਪ ਸਿਰ ਤੋਂ ਲਹਾਈ ਹੈ ਤੇ ਸੇਵਕਾਂ ਨੇ ਉਹ ਪ੍ਰਸ਼ਾਦਿਆਂ ਦੀ ਗੰਢ ਪਕੜੀ ਹੈ। ਮਾਤਾ ਜੀ ਨੇ ਅਦਬ ਨਾਲ ਚਰਨਾਂ ਤੇ ਮੱਥਾ ਟੇਕਿਆ ਏ। ਬਾਬਾ ਬੁੱਢਾ ਸਾਹਿਬ ਜੀ ਸਮੇਤ ਚੱਲਦੇ ਮਾਤਾ ਜੀ ਆ ਗਏ ਜਦੋਂ ਆਸਣ ਤੇ ਬਾਬਾ ਬੁੱਢਾ ਸਾਹਿਬ ਨੇ ਕਿਹਾ ਮਾਤਾ ਜੀ ਸਾਨੂੰ ਭੁੱਖ ਬੜੀ ਲੱਗੀ ਸੀ ਤੇ ਮਾਂ ਨੂੰ ਫਿਕਰ ਹੁੰਦਾ ਹੈ ਨਾ ਪੁੱਤ ਦਾ, ਤੇ ਤੁਸਾਂ ਇਹ ਡਾਢਾ ਹੀ ਸਾਡਾ ਫਿਕਰ ਕੀਤਾ, ਸਾਡੇ ਲਈ ਪ੍ਰਸ਼ਾਦਾ ਲਿਆਂਦਾ। ਬਾਬਾ ਬੁੱਢਾ ਸਾਹਿਬ ਜੀ ਦੇ ਕਰ ਕਮਲਾਂ ਤੇ ਮਾਤਾ ਜੀ ਨੇ ਪ੍ਰਸ਼ਾਦਾ ਧਰਿਆ ਤੇ ਉਹ ਮਿੱਸੇ ਪ੍ਰਸ਼ਾਦੇ ਅੱਜ ਵੀ ਜਿਨ੍ਹਾਂ ਨੂੰ ਇਹ ਇੱਛਾ ਹੁੰਦੀ ਹੈ ਨਾ ਕਿ ਸਾਨੂੰ ਪੁੱਤਰ ਹੋਵੇ, ਉਹ ਮਿੱਸੇ ਪ੍ਰਸ਼ਾਦੇ ਚੜਾਉਂਦੇ ਆ ਬੀੜ ਸਾਹਿਬ ਬਾਬਾ ਬੁੱਢਾ ਜੀ ਦੇ ਅਸਥਾਨ ਤੇ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥਾਂ ਵਿੱਚ ਪ੍ਰਸ਼ਾਦਾ ਲਿਆਏ, ਇਤਿਹਾਸ ਜ਼ਿਕਰ ਕਰਦਾ ਹੈ ਕਿ ਉਹ ਜਿਹੜਾ ਗੰਢਾ ਸੀ ਨਾ ਪਿਆਜ਼,
ਬਾਬਾ ਜੀ ਨੇ ਆਪਣੇ ਬਿਰਧ ਹੱਥਾਂ ਵਿੱਚ ਪਕੜ ਕੇ ਜਦੋਂ ਉਹਨੂੰ ਭੰਨਣ ਲੱਗੇ ਆ, ਮਾਤਾ ਜੀ ਨੇ ਵੇਖੋ ਅੱਜ ਰਸਨਾ ਤੋਂ ਬਚਨ ਨਹੀਂ ਕਿਹਾ, ਦਿਲ ਹਲੀਮੀ ਨਾਲ ਝੁਕਿਆ ਹੋਇਆ ਹੈ, ਮਨ ਦੀ ਆਸ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜਾਣਦੇ ਆ ਕਿ ਮਾਤਾ ਜੀ ਕੀ ਆਸ ਲੈ ਕੇ ਆਏ ਸੀ ਕੱਲ੍ਹ, ਤੇ ਕਿਹੋ ਜਿਹੀ ਤੀਬਰਤਾ ਨਾਲ ਸਾਡੇ ਕੋਲ ਆਸਾ ਲੈ ਕੇ ਬੈਠੇ ਹੈ। ਤੇ ਜਦ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਦੋਹਾਂ ਬਿਰਧ ਹੱਥਾਂ ਦੇ ਵਿੱਚ ਉਸ ਗੰਢੇ ਨੂੰ ਦਬਾਇਆ ਨਾ, ਉਸੇ ਸਮੇਂ ਆਕਾਸ਼ ਵਿੱਚ ਬੱਦਲ ਚੜ੍ਹ ਆਏ, ਬੱਦਲਾਂ ਦੀ ਗੜਗੜਾਹਟ ਹੋਈ, ਬਿਜਲੀ ਲਿਸ਼ਕੀ, ਸਾਫ਼ ਆਸਮਾਨ ਦੇ ਅੰਦਰ ਇੱਕਦਮ ਬੱਦਲਾਂ ਦਾ ਛਾ ਜਾਣਾ, ਬਿਜਲੀ ਦਾ ਚਮਕਣਾ, ਤੇ ਫਿਰ ਉਹ ਗੰਢੇ ਦੇ ਵਿੱਚੋਂ ਨਿੱਕੀ ਜਿਹੀ ਤੁਰੀ ਨਿਕਲ ਕੇ ਉਹ ਦੂਰ ਜਾ ਡਿੱਗੀ ਪ੍ਰੈਸ਼ਰ ਦੇ ਨਾਲ। ਜਦੋਂ ਉਹਨੂੰ ਕੁੱਟਿਆ ਤੇ ਫਿਰ ਬਾਬਾ ਜੀ ਦੀ ਰਸਨਾ ਖੁੱਲੀ ਵਰਦਾਨ ਦੇਣ ਵਾਸਤੇ। ਆਖਿਆ ਮਾਤਾ ਜੀ ਆਪ ਜੀ ਦੀ ਕੁੱਖ ਤੋਂ ਐਸਾ ਸੂਰਬੀਰ ਮਹਾਬਲੀ ਯੋਧਾ ਅਵਤਾਰ ਧਾਰੇਗਾ, ਜਿਵੇਂ ਇਸ ਗੰਢੇ ਦੀ ਤੁਰੀ ਉਹ ਨਿਕਲ ਕੇ ਗਈ ਐਵੇਂ ਜ਼ਾਲਮਾਂ ਦੇ ਸਿਰ ਵੱਢ ਵੱਢ ਕੇ ਸਿੱਟ ਦੇਵੇਗਾ। ਉਹਦੀ ਇਹੋ ਜਿਹੀ ਗਰਜਣਾ ਹੋਵੇਗੀ ਜਿਵੇਂ ਆਕਾਸ਼ ਵਿੱਚ ਬੱਦਲ ਗਰਜਿਆ ਹੈ। ਉਸ ਦੇ ਮੁਖ ਮੰਡਲ ਦਾ ਪ੍ਰਤਾਪ ਇਹੋ ਜਿਹਾ ਹੋਵੇਗਾ ਜਿਵੇਂ ਚਮਕਦੀ ਬਿਜਲੀ, ਲਿਸ਼ਕਦੀ ਬਿਜਲੀ ਵੱਲ ਤੱਕਿਆ ਨਹੀਂ ਜਾਂਦਾ, ਇਵੇਂ ਉਹਨਾਂ ਦੇ ਮਸਤਕ ਵੱਲ ਕੋਈ ਜਰਵਾਣਾ ਝਾਕ ਨਹੀਂ ਸਕੇਗਾ। ਇਹ ਬਾਬਾ ਬੁੱਢਾ ਸਾਹਿਬ ਨੇ ਵਰਦਾਨ ਦੇ ਬਚਨ ਕਹੇ। ਮਾਤਾ ਜੀ ਦਾ ਦਿਲ ਸ਼ਰਧਾ ਪਿਆਰ ਨਾਲ ਝੁਕ ਗਿਆ, ਝੋਲੀ ਭਰ ਗਈ ਵਰਦਾਨ ਦੇ ਬਚਨਾਂ ਨਾਲ, ਮਨ ਗਦ-ਗਦ ਹੋ ਗਿਆ। ਜਦੋਂ ਸਤਿਗੁਰੂ ਜੀ ਨੂੰ ਆ ਕਰਕੇ ਦੱਸਿਆ ਕਿ ਹਾਂ ਮਹਾਰਾਜ, ਜੋ ਕੁਝ ਅਸੀਂ ਮਨ ਦੇ ਅੰਦਰ ਸੰਕਲਪ ਵੀ ਨਹੀਂ ਸੀ ਕੀਤਾ, ਉਹੋ ਜਿਹੇ ਵਰਦਾਨ ਬਾਬਾ ਬੁੱਢਾ ਸਾਹਿਬ ਨੇ ਸਾਨੂੰ ਬਖਸ਼ ਦਿੱਤੇ ਹੈ। ਆਖਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਦਾ ਅਵਤਾਰ ਤੁਹਾਡੇ ਕੁੱਖ ਤੋਂ ਹੋਵੇਗਾ। ਇਹ ਵਰਦਾਨ ਲੈ ਕਰਕੇ ਮਾਤਾ ਜੀ ਬਹੁਤ ਚਿੱਤ ਪ੍ਰਸੰਨ ਹੋਇਆ। ਤੇ ਸਾਧ ਸੰਗਤ ਜੀ, ਉਹ ਭਾਜਣਾ ਵਾਲਾ ਵਾਕ ਵੀ ਸਤਿਗੁਰਾਂ ਪੂਰਾ ਕੀਤਾ। ਜਦੋਂ ਪਿਰਥੀ ਚੰਦ ਫਿਰ ਸੁਲਹੀ ਖਾਨ ਨੂੰ ਚੜ੍ਹਾ ਲਿਆਇਆ, ਮਹਾਰਾਜ ਜੀ ਨੇ ਅੰਮ੍ਰਿਤਸਰ ਸਾਹਿਬ ਛੱਡਣਾ, ਵਡਾਲੀ ਨਗਰ ਵਿੱਚ ਸਤਿਗੁਰਾਂ ਜੀ ਨੇ ਆ ਕੇ ਵਾਸ ਕਰਨਾ। ਇੱਥੇ ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅਵਤਾਰ ਧਾਰਨਾ। ਉਹ ਅੱਜ ਦਾ ਦਿਨ ਹੈ ਜੋ ਮਾਤਾ ਗੰਗਾ ਜੀ ਦੀ ਕੁੱਖ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਅਵਤਾਰ ਧਾਰਨ ਕੀਤਾ। ਸਾਧ ਸੰਗਤ ਜੀ, ਮਹਾਰਾਜ ਜੀ ਦੇ ਅਵਤਾਰ ਗੁਰਪੁਰਬ ਦੀਆਂ ਆਪ ਸੰਗਤਾਂ ਨੂੰ ਬਹੁਤ ਬਹੁਤ ਸਵਾਸ ਵਧਾਈਆਂ ਹੋਣ। ਸੱਚੇ ਪਾਤਸ਼ਾਹ ਜੀ ਦਾ ਬਚਪਨ ਸ਼ਰੀਕੇ ਨੇ ਬਹੁਤ ਈਰਖਾ ਕੀਤੀ। ਪਿਰਥੀ ਚੰਦ ਨੇ ਮਹਾਰਾਜ ਜੀ ਨੂੰ ਮਾਰਨ ਵਾਸਤੇ ਦਾਈ ਨੂੰ ਪ੍ਰੇਰਿਆ, ਅਸਥਰਾਂ ਨੂੰ ਜ਼ਹਿਰ ਲਾ ਕੇ ਮਹਾਰਾਜ ਨੂੰ ਮਾਰਨ ਦਾ ਯਤਨ ਕੀਤਾ। ਦਾਈ ਦੀ ਹੀ ਸਦਗਤੀ ਸਤਿਗੁਰਾਂ ਕਰ ਦਿੱਤੀ। ਸਪੇਰੇ ਤੋਂ ਸੱਪ ਛਡਾ ਕੇ ਮਹਾਰਾਜ ਨੂੰ ਮਾਰਨ ਦਾ ਯਤਨ ਕੀਤਾ। ਹਜ਼ੂਰ ਨੇ ਸੱਪ ਹੱਥ ਵਿੱਚ ਫੜ ਕਰਕੇ ਜਿਹੜਾ ਸੀ ਧਰਤੀ ਤੇ ਘਸਾ ਕੇ ਹੀ ਮਾਰ ਦਿੱਤਾ। ਜਿਹੜਾ ਬ੍ਰਾਹਮਣ ਸੀ ਖਡਾਵਾ, ਉਹਨੂੰ 500 ਰੁਪਈਆ ਦੇ ਕਰਕੇ ਮਹਾਰਾਜ ਜੀ ਨੂੰ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਖਵਾ ਕੇ ਮਾਰਨ ਦਾ ਯਤਨ ਕੀਤਾ। ਬ੍ਰਾਹਮਣ ਦਾ ਪਾਜ ਉਗੜ ਗਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਸ ਬ੍ਰਾਹਮਣ ਦੇ ਪ੍ਰਥਾਏ ਫਿਰ ਸ਼ਬਦ ਉਚਾਰਨ ਕੀਤਾ ਸੀ ਕਿ ਦੁਸ਼ਟ ਬ੍ਰਾਹਮਣ ਮੂਆ ਹੋਏ ਕਾ ਸੂਲ ਉੱਠਣ ਨਾਲ ਮਰਿਆ ਸੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਪਨ ਵਿੱਚ ਸਤਿਗੁਰਾਂ ਦੇ ਸੀਤਲਾ ਨਿਕਲਣੀ, ਫਿਰ ਸਤਿਗੁਰਾਂ ਜੀ ਨੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਨੀ। ਇਹ ਸ਼ਬਦ ਸਤਿਗੁਰਾਂ ਜੀ ਦੀ ਬਾਣੀ ਦੇ ਅੰਦਰ ਦਰਜ ਨੇ। ਠਾਂਡ ਪਾਈ ਕਰਤਾਰੇ, ਇਉਂ ਤਾਪ ਛੋੜ ਗਿਆ ਪਰਵਾਰੇ। ਇਹ ਜਦੋਂ ਮਹਾਰਾਜ ਜੀ ਨੇ ਫਿਰ ਸੀਤਲਾ ਦਾ ਰੋਗ ਠੀਕ ਹੋਇਆ, ਗੁਰੂ ਅਰਜਨ ਸਾਹਿਬ ਨੇ ਸ਼ੁਕਰਾਨੇ ਵਜੋਂ ਸ਼ਬਦ ਸਤਿਗੁਰਾਂ ਜੀ ਨੇ ਉਚਾਰਨ ਕੀਤੇ। ਆਪ ਜੀ ਦੀ 11 ਸਾਲ ਦੀ ਆਯੂ ਸੀ ਜਦੋਂ ਆਪ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਿੰਘਾਸਨ ਦੇ ਉੱਪਰ ਵਿਰਾਜਮਾਨ ਹੋਏ। ਇਹ ਉਹ ਸਿੰਘਾਸਨ ਹੈ ਜਿਹਦੀ ਬਾਬਤ ਭੱਟਾਂ ਨੇ ਕਿਹਾ ਕਿ ਗੁਰੂ ਰਾਮਦਾਸ ਸਾਹਿਬ ਜਦੋਂ ਜੋਤੀ ਜੋਤ ਸਮਾਏ ਹੈ ਤੇ ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕਉ ਦੇ ਆਇਓ। ਉਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਿੰਘਾਸਨ ਜਿਹੜਾ ਸੀਗਾ, ਹਜ਼ੂਰ ਨੇ ਸ਼ਹੀਦ ਹੋਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਬਖਸ਼ਿਸ਼ ਕੀਤਾ। ਤੇ ਸਤਿਗੁਰਾਂ ਜੀ ਨੇ ਗੁਰੂ ਤਖਤ ਦੇ ਉੱਤੇ ਵਿਰਾਜਮਾਨ ਹੋ ਕੇ ਗੁਰਿਆਈ ਤਖਤ ਦੇ ਉੱਪਰ ਸਤਿਗੁਰਾਂ ਜੀ ਨੇ ਕਿਹੋ ਜਿਹੇ ਵੀਰਤਾ ਦੇ ਬਚਨ ਕੀਤੇ, ਕਿਹੋ ਜਿਹਾ ਸਿੱਖਾਂ ਨੂੰ ਮਹਾਰਾਜ ਸਾਹਿਬ ਜੀ ਨੇ ਉਹਨਾਂ ਦਾ ਸਹਿਮ ਦੂਰ ਕਰਨ ਲਈ ਹੁਕਮਨਾਮੇ ਜਾਰੀ ਕੀਤੇ ਕਿ ਘੋੜੇ ਤੇ ਸ਼ਸਤਰਾਂ ਦੀ ਭੇਟਾ ਮਹਾਰਾਜ ਸਾਹਿਬ ਜੀ ਨੇ ਮੰਗੀ, ਸਿੱਖਾਂ ਤੋਂ ਜਵਾਨੀਆਂ ਦੀ ਭੇਟਾ ਮੰਗੀ ਸੱਚੇ ਪਾਤਸ਼ਾਹ ਜੀ ਨੇ। ਤੇ ਫਿਰ ਇਹੋ ਜਿਹੀ ਜਵਾਨਾਂ ਦੀ ਫੌਜ ਗੁਰੂ ਹਰਗੋਬਿੰਦ ਸਾਹਿਬ ਦੀ ਤਾਬਿਆ ਇਕੱਠੀ ਹੋਈ। ਵੇਖ ਵੇਖ ਕੇ ਸਾਧ ਸੰਗਤ ਜੀ ਦਿੱਲੀ ਤਖਤ ਕੰਬਣ ਲੱਗ ਪਿਆ। ਮਹਾਰਾਜ ਨੇ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਨੀ
ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਜੂਰ ਜਿੱਥੇ ਅੱਜ ਸ਼ਸਤਰ ਸੁਭਾਏਮਾਨ ਹੁੰਦੇ ਆ ਮਹਾਰਾਜ ਜੀ ਦੇ ਗਾਤਰੇ ਤੇ, ਉਸ ਚਬੂਤਰੇ ਵਿੱਚ ਸਤਿਗੁਰੂ ਜੀ ਵੀਰ ਆਸਣ ਲਾ ਕੇ ਬੈਠਿਆ ਕਰਦੇ। ਮਹਾਰਾਜ ਦੇ ਹਜੂਰ ਢਾਡੀ ਵਾਰਾਂ ਦਾ ਗਾਇਨ ਹੁੰਦਾ। ਮਹਾਰਾਜ ਨੇ ਕਾਇਰਤਾ ਨੂੰ ਨਾਸ਼ ਕਰ ਦਿੱਤਾ। ਇਹ ਸਤਿਗੁਰਾਂ ਜੀ ਦੀ ਸਿੱਖਿਆ ਪਾ ਪਾ ਕਰਕੇ ਪੰਜਾਬ ਦੀ ਨੌਜਵਾਨੀ ਇੰਨਾ ਜ਼ਿਆਦਾ ਸਾਧ ਸੰਗਤ ਜੀ ਅੰਗੜਾਈਆਂ ਲੈਣ ਲੱਗੀ ਕਿ ਜ਼ਾਲਮ ਦੇ ਨਾਲ ਭਿੜ ਜਾਣ ਦੀ ਤਾਕਤ ਪ੍ਰਾਪਤ ਹੋਈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਿੱਖਿਆਵਾਂ ਸਿਖਾਈਆਂ ਕਿ ਜਿੱਲਤ ਦੀ ਜ਼ਿੰਦਗੀ ਜੀਣ ਨਾਲੋਂ ਅਣਖ ਤੇ ਗੈਰਤ ਦੀ ਇੱਕ ਦਿਨ ਦੀ ਜ਼ਿੰਦਗੀ ਹੀ ਬੜੀ ਧਨ ਹੈ। ਇਹ ਸਤਿਗੁਰਾਂ ਜੀ ਦੀਆਂ ਐਸੀਆਂ ਮਹਾਨ ਸਿੱਖਿਆਵਾਂ ਕਿ ਮਾਲਾ ਫੇਰਨ ਵਾਲੇ ਹੱਥ ਸ੍ਰੀ ਸਾਹਿਬਾਂ ਦੇ ਕਬਜ਼ਿਆਂ ਤੇ ਚਲੇ ਗਏ। ਆਪ ਹਜੂਰ ਨੇ 2 ਸ੍ਰੀ ਸਾਹਿਬਾਂ ਧਾਰਨ ਕੀਤੀਆਂ। ਫਿਰ ਉੱਥੇ ਨਿਸ਼ਾਨ ਸਾਹਿਬ ਕਾਇਮ ਨੇ ਮੀਰੀ ਤੇ ਪੀਰੀ ਦਾ। ਸਾਧ ਸੰਗਤ ਜੀ ਜਿਹੜਾ ਪੀਰੀ ਦਾ ਫਕੀਰੀ ਦਾ ਨਿਸ਼ਾਨ ਸਾਹਿਬ ਆ ਉੱਚਾ ਹੈ, ਮੀਰੀ ਦਾ ਮਹਾਰਾਜ ਛੋਟਾ ਰੱਖਿਆ ਹੈ ਕਿ ਧਰਮ ਦੀ ਪਕੜ ਸਦਾ ਰਾਜਨੀਤੀ ਤੇ ਰਹਿਣੀ ਚਾਹੀਦੀ ਹੈ। ਅਫਸੋਸ ਕਿ ਅੱਜ ਰਾਜਨੀਤਿਕ ਆਪਦਾ ਹੀ ਨਿਸ਼ਾਨ ਉੱਚਾ ਕਰੀ ਫਿਰਦੇ ਆ। ਇਹ ਸਤਿਗੁਰਾਂ ਨੇ ਸਿੱਖਿਆਵਾਂ ਸਿਖਾਈਆਂ ਨੇ ਤੇ ਸਾਡੇ ਪੁਰਖਿਆਂ ਦਾ ਇਤਿਹਾਸ ਹੈ ਕਿ ਮੀਰੀ ਨੇ, ਵਾਹਿਗੁਰੂ ਪੀਰੀ ਨੇ ਮੀਰੀ ਨੂੰ ਉੱਥੇ ਜੇ ਕੋਈ ਗਲਤੀ ਕੀਤੀ ਸੀ ਰਾਜਨੀਤੀ ਨੇ ਤੇ ਫਿਰ ਸ਼ੇਰੇ ਪੰਜਾਬ ਨੂੰ ਬੰਨ੍ਹ ਲਿਆ ਸੀਗਾ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਨੇ, ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ। ਜਿਹੜੇ ਸਾਧ ਸੰਗਤ ਜੀ ਪੀਰੀ ਤੇ ਮੀਰੀ ਦਾ ਦੋਨੋਂ ਦਾ ਪ੍ਰਤੀਕ ਮਹਾਰਾਜ ਨੇ ਇਹ ਤਖਤ ਸਾਜਿਆ ਤੇ ਸਦਾ ਹੀ ਇਹ ਤਖਤ ਅਕਾਲ ਦਾ ਹੈ ਤੇ ਜਿਹੜਾ ਰੱਬ ਦਾ ਹੀ ਤਖਤ ਵੈ ਉਹ ਫਿਰ ਹਕੂਮਤਾਂ ਵਾਲੇ ਤਖਤਾਂ ਦੇ ਮਾਲਕ ਜਿਹੜੇ ਆ ਉਹ ਸਦਾ ਮਹਾਰਾਜ ਦੇ ਤਖਤ ਨੂੰ ਚੁਣੌਤੀ ਦਿੰਦੇ ਆਏ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜਿਹੜੇ ਸਾਧ ਸੰਗਤ ਜੀ ਦਿੱਲੀ ਦੇ ਅੰਦਰ ਮਹਾਰਾਜ ਜੀ ਨੂੰ ਬੁਲਾਵਾ ਜਹਾਂਗੀਰ ਦਾ ਆਉਣਾ, ਉਹ ਮੈਂ ਕੇਵਲ ਟੂਕ ਮਾਤਰ ਹੀ ਸੰਖੇਪ ਮਾਤਰ ਦੱਸਦਾ ਜਾਵਾਂਗਾ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਦਿੱਲੀ ਜਾਣਾ, ਗਰੀਬ ਨਵਾਜ ਨੂੰ ਇਸ ਕਰਕੇ ਦਿੱਲੀ ਬੁਲਾਇਆ ਸੀ ਕਿ ਇੱਥੇ ਮਹਾਰਾਜ ਦੀ ਲੋਹਾਈ ਕਰਾਵਾਂਗਾ ਤੇ ਗੁਰੂ ਸਾਹਿਬ ਦਾ ਨਰਾਦਰ ਕਰਾਵਾਂਗਾ। ਪਰ ਜਦੋਂ ਸਤਿਗੁਰੂ ਜੀ ਜਹਾਂਗੀਰ ਨੂੰ ਮਿਲਣ ਵਾਸਤੇ ਮਜਨੂ ਟਿੱਲੇ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਚੜ੍ਹੇ ਨਾ, ਨਾਲ ਸਿੱਖਾਂ ਦੀ ਫੌਜ ਚੜ੍ਹੀ ਤੇ ਦਿੱਲੀ ਦਾ ਆਵਾਮ ਅਟਾਰੀਆਂ ਤੇ ਚੜ੍ਹ ਚੜ੍ਹ ਕੇ ਵੇਖਣ ਲੱਗਾ ਕਿ ਐਡੀ ਸੋਭਾ ਤੇ ਜਹਾਂਗੀਰ ਬਾਦਸ਼ਾਹ ਦੀ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸੀਸ ਤੇ ਝੂਲਦੀ ਹੋਈ ਕਲਗੀ, ਦਾਗਦਾ ਹੋਇਆ ਮਸਤਕ ਤੇ ਪ੍ਰਤਾਪ। ਪੁੱਛਦੇ ਆ ਲੋਕ ਇਹ ਕਿਹੜੇ ਦੇਸ਼ ਦੇ ਸ਼ਹਿਨਸ਼ਾਹ ਹਨ। ਸਿੱਖ ਬੜੇ ਮਾਣ ਨਾਲ ਦਿੱਲੀ ਦੇ ਸਿੱਖ ਛਾਤੀ ਤੇ ਹੱਥ ਰੱਖ ਕੇ ਕਹਿੰਦੇ ਆ ਇਹ ਗੁਰੂ ਨਾਨਕ ਸਾਹਿਬ ਦਾ ਸੇਵਾ ਸਰੂਪ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਾ ਰਹੇ ਹੈ। ਜਹਾਂਗੀਰ ਨੇ ਸਿਜਦੇ ਕਰਨੇ, ਸੱਚੇ ਪਾਤਸ਼ਾਹ ਦਾ ਪ੍ਰਤਾਪ ਹੋਰ ਵਧਣਾ। ਜਿਹੜੇ ਵਿਰੋਧੀ ਸੀ, ਜਿਹੜੇ ਗੁਰੂ ਘਰ ਦੇ ਨਾਲ ਵੈਰ ਕਰਦੇ ਸੀ, ਉਹਨਾਂ ਦੇ ਦਿਲ ਸੜਨੇ। ਸਤਿਗੁਰਾਂ ਜੀ ਨੂੰ ਜਿਹੜੀ ਸੀ ਛੜਯੰਤਰ ਰਚ ਕੇ ਗਵਾਲੀਅਰ ਦੇ ਅੰਦਰ ਕੈਦ ਕਰਾਉਣਾ। ਸਤਿਗੁਰਾਂ ਜੀ ਨੇ 52 ਰਾਜਿਆਂ ਨੂੰ ਵੀ ਸਮੇਤ ਜਿਹੜਾ ਸੀ ਬਾਹਰ ਨਿਕਲਣਾ, ਬੰਦੀ ਛੋੜ ਸਤਿਗੁਰਾਂ ਦਾ ਨਾਮ ਪਿਆ। ਸਾਰੇ ਭਾਰਤ ਵਰਸ਼ ਦੇ ਅੰਦਰ ਹੀ ਮਹਾਰਾਜ ਦੀ ਜੈ ਜੈਕਾਰ ਹੋ ਗਈ। ਚੰਦੂ ਨੂੰ ਸਤਿਗੁਰਾਂ ਜੀ ਨੇ ਮੌਤ ਦੇ ਘਾਟ ਲਾਹੌਰ ਲਿਆ ਕਰਕੇ ਉਤਾਰਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਐਡਾ ਪ੍ਰਤਾਪ ਭਾਰਤ ਵਰਸ਼ ਦੇ ਅੰਦਰ ਛਾਇਆ ਕਿ ਸਾਧ ਸੰਗਤ ਜੀ ਕਾਇਆ ਹੀ ਕਲਪ ਕਰ ਦਿੱਤੀ ਮਹਾਰਾਜ ਜੀ ਨੇ। ਸ਼ਾਹਜਹਾਂ ਬਾਦਸ਼ਾਹ ਬਣਿਆ ਜਹਾਂਗੀਰ ਦੇ ਮਰਨ ਤੋਂ ਬਾਅਦ। ਇਹਨੇ ਸਿੱਖਾਂ ਵੱਲ ਆਪਣੀ ਕੈੜੀ ਨਗਾ ਕਰ ਲਈ। ਮਹਾਰਾਜ ਦਾ ਘੋੜਾ ਸਿੱਖ ਜਿਹੜਾ ਲੈ ਕੇ ਆ ਰਹੇ ਸੀ 2, ਇਹਨੇ ਬੜੀ ਜ਼ਬਰਦਸਤੀ ਖੋਹ ਲਏ। ਸਤਿਗੁਰਾਂ ਜੀ ਨੇ ਫਿਰ ਉੱਡਦਾ ਬਾਜ ਪਕੜ ਲਿਆ। ਮੁਗਲ ਖਾਨ ਜਿਹੜਾ ਸੈਲਾਨੀ ਸੀ ਉਹਨੂੰ ਇੱਕ ਕੀ ਬਾਜ ਦੀ ਗੱਲ ਹੁੰਦੀ ਹੈ, ਜੇ ਘੋੜਾ ਖੋਇਆ ਸੀ ਉਹਨੇ ਦੱਸਿਆ ਵੀ ਸੀ ਗੁਰੂ ਜੀ ਨੂੰ ਜਾ ਰਹੇ ਆ ਘੋੜੇ ਤੇ ਮਹਾਰਾਜ ਨੂੰ ਭੇਟ ਕਰਨੇ ਆ। ਉਦੋਂ ਤਾਂ ਫਿਰ ਹਕੂਮਤ ਦੇ ਨਸ਼ੇ 'ਚ ਖੋਹ ਲਏ ਸੀ ਤੇ ਬਾਜ ਤਾਂ ਮਹਾਰਾਜ ਉੱਡਦਾ ਫੜਿਆ ਸੀ। ਏਡੇ ਹਕੂਮਤ ਦੇ ਨਸ਼ੇ ਵਿੱਚ ਚੂਰ ਇਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੱਤਰ ਲਿਖ ਦਿੱਤਾ ਸੀਗਾ ਕਿ ਮੇਰਾ ਬਾਜ ਜਿਹੜਾ ਹੈ ਉਹ ਵਾਪਸ ਦੇ ਦਿਓ। ਸਤਿਗੁਰਾਂ ਜੀ ਨੇ ਲਿਖਿਆ ਸੀ, ਉਹ ਸ਼ਾਹਜਹਾਂ ਇਸ ਕਾਇਨਾਤ ਦੇ ਅੰਦਰ ਤੂੰ ਮੱਛਰ ਦੀ ਤਰ੍ਹਾਂ ਹੈ। ਜੇ ਗੁਰੂ ਘਰ ਵੱਲ ਨੂੰ ਕੈੜੀ ਨਿਗਾਹ ਕਰਕੇ ਆਵੇਂਗਾ ਤੇ ਮਸਲ ਕੇ ਸਿੱਟ ਦਿਆਂਗੇ। ਇਹ ਸਤਿਗੁਰਾਂ ਜੀ ਦੇ ਕਹੇ ਹੋਏ ਵਾਕ ਇਤਿਹਾਸ ਵਿੱਚ ਅੰਕਿਤ ਨੇ। ਮੁਗਲ ਖਾਨ ਸੈਲਾਨੀ 7,500 ਸੈਨਾ ਲੈ ਕੇ ਹਮਲਾਵਰ ਹੋਇਆ। ਘਰ ਵਿੱਚ ਵਿਆਹ ਧਰਿਆ ਹੋਇਆ ਸੀ ਬੀਬੀ ਵੀਰੋ ਜੀ ਦਾ। ਸੱਚੇ ਪਾਤਸ਼ਾਹ ਨੇ ਖਾਲਸਾ ਕਾਲਜ ਜਿੱਥੇ ਅੱਜ ਬਣਿਆ ਹੋਇਆ ਹੈ, ਇੱਥੇ ਹਜੂਰ ਨੇ ਯੁੱਧ ਕਰਕੇ 7,000 ਤੇ 400 ਜਿੰਨੀ ਸੈਨਾ ਸੀ ਇਹ ਮਾਰਤੀ, ਕੇਵਲ 100 ਬਚਿਆ ਸੀਗਾ ਮੁਗਲ ਖਾਨ ਦੇ ਸਮੇਤ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹੋ ਜਿਹੀ ਵੀਰਤਾ ਨਾਲ ਯੁੱਧ ਕੀਤਾ ਸੀਗਾ। ਝਬਾਲ ਪਹੁੰਚ ਕੇ ਸ਼ਾਮ ਵਕਤ ਬੀਬੀ ਵੀਰੋ ਜੀ ਦਾ ਵਿਆਹ ਕਾਰਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕੀਤਾ। ਹਜੂਰ ਦੇ
3 महल ने साध संगत जी। ਵੱਡੇ माता दमोदरी जी, माता मरवाही जी ਅਤੇ माता नानकी जी। 5 ਸਾਹਿਬਜ਼ਾਦਿਆਂ ਨੇ ਸਤਿਗੁਰਾਂ ਜੀ ਦੇ ਘਰ ਅਵਤਾਰ ਧਾਰਿਆ ਸੀ। माता दमोदरी जी की कुख तो बाबा गुरदिता जी का साध संगत जी जन्म होया सी ते बीबी वीरो जी का जन्म होया। फिर माता मरवाही जी की कुख तो बाबा अणी राय जी, बाबा अटल राय जी, बाबा सूरजमल जी ਅਤੇ ਧੰਨ गुरु तेग बहादुर सच्चे पातशाह का अवतार सत्कारयोग माता नानकी जी के उदर तो होया सी। ये सच्चे पातशाह जी महाराज की संतान होई। गरीब नवाज सच्चे पातशाह महाराज पहला युद्ध करके जदों सतगुरु जी माझे के इलाके विचर रहे सन, गुरु पिता की खरीदी हुई जमीन ते आके जदों महाराज रोहेले नगर विच उतरे, जिहदा जित के महाराज जी ने नाम श्री हरगोबिंदपुर साहिब बाबा बुढ़ा साहिब तो धराया। इत्थे जलंधर का सूबेदार अब्दुल खान करमचंद दी अते रतन चंद की प्रेरणा नाल 35,000 सैना लैके हमलावर होया। सतगुरु जी ने समेत रतन चंद दे, समेत करमचंद दे ते समेत अब्दुल खान दे ते दोवें उहदे पुत्रां दे समेत सतगुरां जी ने इस युद्ध विच साध संगत जी 30,000 सैना ढेरी कर दित्ती सीगी। ते उथे महाराज ने मुख सैनापतियां दा जिहड़ा दफना के शरीरां नूं ते जिथे बह के कीर्तन कीता सी, अज उसका नाम है गुरुद्वारा दमदमा साहिब श्री हरगोबिंदपुर नगर दे अंदर। फिर सच्चे पातशाह जी महाराज तीसरा युद्ध जिहड़ा गुरुसर महाराज दे अंदर कीता, ये लला बेग काबल दा हाकम जिहड़ा सी महाराज दे उत्ते 75,000 सैना लैके हमलावर होया। ते सच्चे पातशाह दे कोल उस समय 4,000 सैना सी। 3,000 सिखां दी सी, 1,000 कांगड़ दा राजा जिहड़ा रायजोध सी ओहदी सीगी। ते इस युद्ध दे अंदर बहुत करारी हार हुई लला बेग दी। काबली बेग वर्गियां दे सिर महाराज ने आप वड्डे ते जिहड़ा लला बेग सी उहनूं हथीं मारिया। हसन खां दूत नूं सच्चे पातशाह जी ने इत्थों काबल दा राज दे करके तोरिया। ये साध संगत जी तीसरा युद्ध महाराज फतेह कीता। चौथा युद्ध जिहड़ा सी पैंदे खान निमक हरामी बन गया ते काले खां सैनापति नूं 1,25,000 सैना लैके महाराज दे उत्ते हमलावर होए, जदों कि महाराज दे कोल केवल 3,000 घोड़सवार सीगे। इस तो भी घट एक जिहड़े इतिहासकारां जिक्र किया कि 1,500 घोड़सवार सन। रहो विचार, सच्चे पातशाह जी महाराज ने इन्नी वीरता नाल मुकाबला किया इस मैदाने जंग दे अंदर कि तकरीबन 75,000 तो उत्ते सैना मर गई। ओहो ही बचिया इस युद्ध दे अंदर जिहड़ा मैदाने जंग नूं छड्ड के भज्जिया। इन्नियां लोथां खिलर गईयां, महाराज ने कहा नगर निवासियों नूं कि नगर छड्ड जाओ कुछ समय लई, इन्हां लोथां दी संभाल नहीं हो सकती, बीमारी फैल जाण दा खतरा है। आप हजूर घोड़े ते चढ़े ते महाराज ने रातों रात आके कीरतपुर साहिब सतगुरां जी ने आ डेरा कीता। इत्थे सतगुरां जी ने फिर अपने सरगुण स्वरूप का अंतला समा साध संगत जी बतीत किया। महाराज सिखां नूं उपदेश दिंदे, दीवान सजाउंदे, गुरु हर राय साहब जी नूं गुरियाई तख्त महाराज जी ने बख्शिश किया ते अपना सतगुरां जी ने सचखंड जाण तो पहलां दसिया कि असीं भाई 7वें दिन अज तो चाला मारांगे। कोठा साहब दे अंदर प्रवेश करके सिखां नूं उपदेश दे के सच्चे पातशाह जी महाराज ध्यान अस्थित हो करके जदों 7वां दिन होया ते आकाश विच प्रकाश ही प्रकाश छा गया। सतगुरां जी ने सचखंड नूं चाला मारिया। ऐसे दीन दयाल सतगुरु गुरु हरगोबिंद साहिब सच्चे पातशाह जी महाराज जी का अज प्रकाश गुरपुरब है। सच्चे पातशाह जी के चरणों च भाई बेनती करिए, महाराज सानू आप दी सिक्खी बख्शो। गरीब नवाज जिहो जिहा आपने उपदेश दिता कायरता नूं ते जड़ता नूं नाश करन वाला आप दी सिख कौम, महाराज सच्चे पातशाह आप दे उपदेश तो रहनुमाई लै करके औखड़े ते बिखड़िया पैंडियां विचों बाहर निकल सके। ये सच्चे पातशाह के चरणों च भाई अरदास करिए। जो साध संगत जी आपां घल्लू घारे का इतिहास सरवण कर रहे सां, दास ने बेनती की है, ये सतगुरां दे दिते हुए सिद्धांत ने साध संगत जी। सिख नहीं किसी नाल टकराउंदा, पर हुण जे आके सिख दी पग नूं ही कोई हथ पा ले। गुरु हरगोबिंद साहिब सच्चे पातशाह च इन्नी दया कि टुटे हुए फुल ते गुरु हर राय साहब जी नूं महाराज सख्त बचन कह दिते, पर महाराज विच वीरता भी इन्नी है ना फिर कि काले खां दे जदों सिर च तेगा मारिया सी ते घोड़े की काठी तक भी वढ़ के सिट दित्ती सी महाराज ने। सिख विच ओहो ही दया महाराज बख्शिश कीती है। सिख दा रिदा तां साध संगत जी इन्ना नरम बख्शिया है
कि जियां ते भी दया करदा है, रुखां ते भी दया करदा है, पर ਉਹੋ ਹੀ सिख जदों ਉਹਦੇ गुरु साहब ਦਾ कोई अपमान करे, सिख ਦੀ पग ਨੂੰ, सिख ਦੇ ਦਾੜੇ ਨੂੰ ਕੋਈ ਹੱਥ ਪਾ ਲੇ, ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਦੀ ਉਹ ਸਿੱਖਿਆ ਅੰਦਰ ਪ੍ਰਵੇਸ਼ ਕਰਦੀ ਹੈ ਕਿ ਟੋਪ ਦੇ ਸਮੇਤ ਹੀ ਲੋਹੇ ਦਾ ਟੋਪ ਪਹਿਨਿਆ ਹੋਇਆ ਜਿਵੇਂ ਕਾਲੇ ਅੱਖਾਂ ਚੀਰਿਆ ਸੀ ਨਾ, ਉਨੀ ਵੀਰਤਾ ਹੀ ਫਿਰ ਸਿੱਖ ਦੇ ਅੰਦਰ ਆ ਜਾਂਦੀ ਹੈ। ਜਿਹੜਾ ਸਾਧ ਸੰਗਤ ਜੀ ਯੁੱਧ ਹੁੰਦੇ ਆ ਨਾ, ਯੁੱਧਾਂ ਦੇ ਅੰਦਰ ਹਾਰ ਜਿੱਤ ਹੁੰਦੀ ਹੈ, ਪਰ ਇਹ ਵੇਖਣਾ ਪੈਂਦਾ ਹੈ ਸੰਸਾਰ ਦੇ ਅੰਦਰ ਜਿਹੜੇ ਹਕੂਮਤਾਂ ਨੂੰ ਕਰਦੇ ਆ ਉਹ ਜਾਣਦੇ ਆ ਕਿ ਹਾਰ ਕਿਹੜੇ ਰੂਪ ਵਿੱਚ ਹਾਰ ਹੁੰਦੀ ਹੈ ਤੇ ਜਿੱਤ ਕਿਹੜੇ ਰੂਪ ਵਿੱਚ ਜਿੱਤ ਹੁੰਦੀ ਹੈ। ਜਿਹੜੇ ਆਪਣੇ ਸਿਧਾਂਤਾਂ ਤੋਂ ਡਿੱਗ ਜਾਂਦੇ ਆ, ਜਿਨ੍ਹਾਂ ਦੇ ਸਾਧ ਸੰਗਤ ਜੀ ਜਿਸ ਮਨੋਰਥ ਦੀ ਪੂਰਤੀ ਲਈ ਉਹਨਾਂ ਨੇ ਯੁੱਧ ਕੀਤਾ ਹੁੰਦਾ ਹੈ, ਜਦੋਂ ਉਹ ਮਨੋਰਥ ਪੂਰਾ ਨਹੀਂ ਹੁੰਦਾ ਉਹ ਜਿੱਤ ਕੇ ਵੀ ਹਾਰ ਜਾਂਦੇ। ਜੇ ਆਪਾਂ ਵੇਖੀਏ ਤੇ ਨੁਰੰਗੇ ਨੇ ਸਤਿਗੁਰਾਂ ਜੀ ਦੇ ਉੱਤੇ ਹਮਲਾ ਕੀਤਾ, ਨੁਰੰਗਾ ਜਿੱਤਿਆ ਨਹੀਂ, ਹਾਰ ਗਿਆ ਸੀ ਬੜੀ ਬੁਰੀ ਤਰ੍ਹਾਂ, ਕਿਉਂਕਿ ਉਹਦੀ ਫੌਜ ਦੀ ਮਨਸਾ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਜਾਵੇ ਜਾਂ ਮਾਰ ਦਿੱਤਾ ਜਾਵੇ। ਉਹਦੀ ਮਨਸਾ ਸੀ ਕਿ ਗੁਰੂ ਸਾਹਿਬ ਜੀ ਮੇਰੇ ਅੱਗੇ ਹੱਥ ਜੋੜਨ ਤੇ ਮੇਰੇ ਅੱਗੇ ਗਿੜਗੜਾਉਣ, ਗੁਰੂ ਜੀ ਦਾ ਸਾਹਿਬਜ਼ਾਦਾ ਪਕੜਿਆ ਜਾਵੇ। ਬਾਬਾ ਅਜੀਤ ਸਿੰਘ ਸਾਹਿਬ ਨੂੰ ਜਿਉਂਦਾ ਪਕੜਨਾ ਚਾਹੁੰਦੇ ਸੀ। ਇਸ ਯੁੱਧ ਵਿੱਚ ਵੀ ਇਹੋ ਜਿਹੇ ਹਾਲਾਤ ਬਣੇ ਸੀ, ਜਿਨ੍ਹਾਂ ਦੇ ਅੰਦਰ ਪਤਾ ਲੱਗ ਗਿਆ ਸੀ ਨਾ ਕਿ ਫਲਾਣੇ ਦਾ ਰਿਸ਼ਤੇਦਾਰ ਅੰਦਰ ਵੈ ਸੰਤਾਂ ਦੇ ਕੋਲ, ਉਹਦੇ ਸਾਰੇ ਪਰਿਵਾਰ ਨੂੰ ਚੱਕ ਕੇ ਮਾਰ ਦੇਣ ਦੀ ਧਮਕੀ ਸੀ ਕਿ ਉਹਨੂੰ ਹੱਥ ਖੜੇ ਕਰਕੇ ਕਹੋ ਬਾਹਰ ਆ ਜਾਵੇ। ਉਹ ਕਹਿੰਦੇ ਮੈਂ ਤਾਂ ਸ਼ਹੀਦ ਹੋਣਾ ਹੀ ਆ, ਅੰਦਰਲੇ ਦਾ ਸੁਨੇਹਾ ਸੀ ਕਿ ਜੇ ਮੇਰੇ ਪਰਿਵਾਰ ਨੂੰ ਵੀ ਸ਼ਹੀਦ ਕਰ ਦੋਗੇ ਸਿੱਖੀ ਵਾਸਤੇ ਤਾਂ ਫਿਰ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਬੇਅੰਤੀ ਖੁਸ਼ੀਆਂ ਪ੍ਰਾਪਤ ਹੋ ਜਾਣਗੀਆਂ। ਆਪਣੇ ਪਰਿਵਾਰ ਵੀ ਜਿਨ੍ਹਾਂ ਨੇ ਦਾਅ ਤੇ ਲਾ ਦਿੱਤੇ ਸੀ, ਕਿਉਂਕਿ ਸਤਿਗੁਰੂ ਜੀ ਦੀ ਕੁਰਬਾਨੀ ਜਿਨ੍ਹਾਂ ਦੀ ਸਾਧ ਸੰਗਤ ਜੀ ਮਨ ਦੇ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਨਾ, ਪੰਥ ਲਈ ਕੁਰਬਾਨ ਹੋਣ ਲਈ ਉਹਨਾਂ ਦਾ ਮਨ ਅੰਗੜਾਈਆਂ ਲੈਂਦਾ ਹੈ। ਗੁਰੂ ਦੇਵ ਨੇ ਆਪਣਾ ਇੱਕ ਵੀ ਸਾਹਿਬਜ਼ਾਦਾ ਲੁਕਾ ਕੇ ਨਹੀਂ ਰੱਖਿਆ। ਇਹ ਬਖਸ਼ਿਸ਼ ਕੌਮ ਦੇ ਅੰਦਰ ਗੁਰੂ ਦੇਵ ਦੀਆਂ ਕੁਰਬਾਨੀਆਂ ਦਾ ਸਦਕਾ ਹੈ ਕਿ ਸਿੱਖ ਦਾ ਸ਼ਹੀਦ ਹੋਣ ਨੂੰ ਜੀ ਲਲਚਾ ਪੈਂਦਾ ਹੈ। ਜੇ ਵੇਖੀਏ ਹਕੂਮਤ ਨੇ ਦਰਬਾਰ ਸਾਹਿਬ ਦੇ ਅੰਦਰ ਸਾਧ ਸੰਗਤ ਜੀ ਕਬਜ਼ਾ ਤਾਂ ਭਾਵੇਂ ਕਰ ਲਿਆ, ਪਰ ਉਹਨਾਂ ਦੀ ਮਨਸ਼ਾ ਕੀ ਸੀਗੀ? ਉਹ ਸੰਤਾਂ ਨੂੰ ਸਿਲੰਡਰ ਕਰਾਉਣਾ ਚਾਹੁੰਦੇ ਸੀ ਕਿ ਸਿੱਖ ਸਾਡੇ ਅੱਗੇ ਗਿੜਗੜਾਉਣ। ਤੇ ਇਹਦੇ ਲਈ ਉਹਨਾਂ ਦੀਆਂ ਆਪ ਦੀਆਂ ਲਿਖਤਾਂ ਕਹਿੰਦੀਆਂ ਨੇ ਕਿ 14 ਜਿਹੜੇ ਸੀ ਨਾ ਸਿੱਖ ਸੋਲਜਰ, ਸਿੱਖ ਸਿਪਾਹੀ, ਜਿਨ੍ਹਾਂ ਵਿੱਚ ਕੁਝ ਆਫੀਸਰ ਵੀ ਸਨ, ਉਹ ਅੰਦਰ ਭੇਜੇ ਗਏ ਸੰਤਾਂ ਦੇ ਕੋਲ ਕੁਝ ਪੈਕੇਜ ਦੇ ਕਰਕੇ ਕਿ ਜੇ ਤੁਸੀਂ ਮਨਜ਼ੂਰ ਕਰੋ ਤੇ ਤੁਹਾਨੂੰ ਸੁਰੱਖਿਅਤ ਇੱਥੋਂ ਕੱਢ ਕੇ ਕਿਸੇ ਵੀ ਦੇਸ਼ ਵਿੱਚ ਪਹੁੰਚਾ ਦਿੱਤਾ ਜਾਵੇਗਾ। ਮੂੰਹ ਮੰਗੀ ਮਾਇਆ ਕੋ ਬਹੁਤ ਵਿਸਥਾਰ ਹੈ ਉਹਦਾ, ਬਹੁਤ ਕੁਛ ਉਹਨਾਂ ਕਿਹਾ। ਜਿਹੜੇ 14 ਸਿੱਖ ਫੌਜੀ ਅੰਦਰ ਗਏ ਨਾ ਮਹਾਂਪੁਰਖਾਂ ਕੋਲ ਹਕੂਮਤ ਦਾ ਪੈਕੇਜ ਲੈ ਕਰਕੇ, ਸਾਧ ਸੰਗਤ ਜੀ ਮਹਾਂਪੁਰਖਾਂ ਦਾ ਇਹੋ ਜਿਹਾ ਪ੍ਰਭਾਵਸ਼ਾਲੀ ਬੋਲ ਸੀ ਕਿ ਉਹਨਾਂ ਦੀ ਰਸਨਾ ਤੋਂ ਬਚਨ ਸੁਣ ਕਰਕੇ ਉਹਨਾਂ ਦਾ ਵੀ ਜੂਝਣ ਨੂੰ ਜੀ ਕਰ ਪਿਆ। ਉਹ ਮੁੜ ਵਾਪਸ ਨਹੀਂ ਪਰਤੇ। ਫਿਰ ਮਹਾਂਪੁਰਖਾਂ ਨੇ ਇਹੋ ਜਿਹੇ ਬਚਨ ਉਹਨਾਂ ਨੂੰ ਦੱਸੇ ਕਿ ਤੁਸੀਂ ਸਿੱਖੋ ਤੇ ਕਾਹਦੇ ਵਾਸਤੇ, ਕਿਹੜੀ ਮਨਸ਼ਾ ਨਾਲ ਸਾਡੇ ਕੋਲ ਆਏ ਹੋ। ਮਹਾਂਪੁਰਖਾਂ ਦੇ ਪ੍ਰਭਾਵਸ਼ਾਲੀ ਬਚਨਾਂ ਨੇ ਇਹੋ ਜਿਹਾ ਅਸਰ ਕੀਤਾ। ਉਹ ਕਹਿੰਦੇ ਮਹਾਰਾਜ ਅੱਗੇ ਤਾਂ ਫਿਰ ਦੁਸ਼ਮਣ ਦੀ ਫੌਜ ਵੱਲ ਸਾਂ, ਅੱਜ ਹੁਣ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਬਚਨ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ। ਹੁਣ ਅਸੀਂ ਖਾਲਸੇ ਵੱਲੋਂ ਹੋ ਕਰਕੇ ਖਾਲਸਾਈ ਰਵਾਇਤਾਂ ਅਨੁਸਾਰ ਸ਼ਹੀਦੀ ਜਾਮ ਪੀਵਾਂਗੇ। ਉਹ 14 ਦੇ 14 ਫੌਜੀ ਸਿੰਘ ਅੰਦਰ ਹੀ ਸ਼ਹੀਦ ਹੋਏ ਸੀਗੇ। ਹਰੇਕ ਹੀਲਾ ਵਰਤਿਆ ਸੀ, ਕਿਉਂਕਿ ਵਜ਼ੀਦ ਖਾਨ ਵੀ ਇਹੀ ਚਾਹੁੰਦਾ ਸੀ ਨਾ ਕਿ ਸਾਹਿਬਜ਼ਾਦੇ ਈਨ ਮੰਨ ਜਾਣਗੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵੱਡੀ ਹਾਰ ਹੋਵੇਗੀ। ਸਾਹਿਬਜ਼ਾਦੇ ਸਿੱਖੀ ਸਿਦਕ ਨਿਭਾਉਂਦੇ ਹੋਏ ਨੀਹਾਂ ਵਿੱਚ ਚਿਣੇ ਗਏ, ਪਰ ਆਪ ਦਾ ਸਿਦਕ ਨਹੀਂ ਛੱਡਿਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੌਮ ਦਾ ਕਿੱਡਾ ਸੀਸ ਉੱਪਰ ਚੱਕ ਦਿੱਤਾ। ਜਿਹੜੇ ਸਤਿਗੁਰਾਂ ਜੀ ਦੀਆਂ ਦਿੱਤੀਆਂ ਹੋਈਆਂ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਗੁਰਸਿੱਖ ਯਾਦ ਰੱਖਦੇ ਆ, ਉਹ ਜ਼ਿੰਦਗੀ ਨਾਲੋਂ ਮਰਨ ਨੂੰ ਤਰਜੀਹ ਦਿੰਦੇ ਆ। ਤੇ ਜੇ ਵੇਖੀਏ ਨਾ ਸਾਧ ਸੰਗਤ ਜੀ, ਇਹ ਦੇਸ਼ ਦੀ ਹਕੂਮਤ ਨੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਨਾ, ਭਾਵੇਂ ਕਿ ਉਹ ਕਹਿੰਦੇ ਅਸੀਂ ਕਾਬਜ ਹੋ ਗਏ ਅੱਜ 6 ਜੂਨ ਦਾ,
शाम तक कितों कितों टामी टामी गोली चलदी सी। कहंदे कि असीं इस मोर्चे नूं साके नीले तारे नूं सर कर लिया है, पर सब देश दा आवाम जानदा, खुद फौज जानदी है कि जित के भी बुरी तरह हार चुके सी। पर वो सूरबीर योधे भावें कि इस युद्ध विच उन्हां नूं दस्सिया जा रहा सी कि असीं उन्हां दे मोर्चिਆਂ नूं जिहड़ा सर कर दिता है वो हार गए है, मिलीडेंट पकड़ लए है, पर साध संगत जी फिर भी वो सूरबीर इस युद्ध नूं जित गए सी। ये बाजी श्रीमान संत बाबा जरनैल सिंह जी खालसा पिंडरां वालियां दी अगाही विच खालसे ने फतेह कीती, जिती है। मैं बेनती कर रहा सां, केवल 94 बचन कह के लड़ीवार कथा आरंभ करांगा। अज 6 जून का दिन, मैं बचपन सी मेरा जदों रेडियो ते खबरां आ रही सन तरह तरह दियां, हरेक सिख हिरदा बलूंदरिया गया सीगा। पिंडां विचों जथे बन बन के हरमंदर साहब नूं तुर पए सी। ते साध संगत जी सख्त हुक्म सी कि जिहड़ा हरमंदर साहब वाल नूं मूँह करदा है गोलियां नाल भुन दिता जावे। फौज ने उन्हां नूं घेरा घत के ना पिंड नूं जाण दिता, ना हरमंदर साहब दे अंदर जाण दिता। कई दिन दे भुखे रख के जदों छड्डे ना, तां फिर भुखियां नूं कहंदे घर चेते आउणा सी, पिछे नूं मुड़ गए। फिर सारे किसे नूं भी हरमंदर साहब दे अंदर नहीं आउण दिता गया, भावें कि उन्हां संगत दे जथियां विचों भी शहीद होए है। फौज ने निहत्थियां दे उत्ते जिन्हां कोल केवल बरछे सी, किरपानां सी, क्योंकि पिंडां विच हथियार अज भी सिख दे किसी बच्चे कोलों कोई खाली कारतूस खोल ही पकड़िया जाए तो उहदे ते बड़ा तगड़ा परचा दर्ज हो जाता है। जिहड़े आज़ाद देश आज़ादी का निग माणदे है, उत्थे इन्नी खुल है कि जिहो जे आर्मी हथियार रख सकती है, आम नागरिक भी उहो जे हथियार रख सकता है। इन्नी खुल है उन्हां देशां दे अंदर। ते इहो जे साध संगत जी जदों फौज ने कारनामे कीते बड़े आप हुदरे, निहत्थे सिखां दे उत्ते गोलियां चलाइयां, ते जिहड़े जिहड़े थावां थावां ते जथे सी उन्हां नूं किन्ने दिन भुखियां रख करके जदों छड्डिया ते फिर किहना उधर नूं आउणा सीगा। बहुत ज़्यादा जदों अखीरले दिन भी उत्थे जिन्हां जिन्हां नूं जाण दा मौका मिलिया, उन्हां चश्मदीदां दे मुताबक सरोवर सारा सतगुरां जी दा लाल सी। परिक्रमा दे अंदर लाशां ही लाशां विछियां होईयां दिखाई दिंदियां सन। आकाश दे अंदर मासाहारी जानवर भी मंडराउंदे दिसदे सी। टामी टामी गोली चलदी हुई उहदी आवाज़ सुनाई दिंदी सी। ये 6 जून जदों कि अकाल तख्त साहब नूं बुरी तरह बंबां दे नाल घेर दिता गया सीगा। उत्तों गुंबज तो लै करके सारियां, क्योंकि तहखानियां दे उत्ते उन्हां दी ज़्यादा मार सीगी। जदों ये सवेर का वक्त सीगा, वो फोटोआं खिंचियां हुईयां ने। जदों जरनल साहब की पवित्र देही नूं, वो तो महापुरखों के कहण मुताबक मिट्टी है। जदों महापुरखों के बचन है ना, मंजी साहब दीवान हाल दे कहण लगे, कई सिख चिंता करते कि महाराज तुहानूं फड़ के ना लै जाण। ते संतां दे बोल ने कहंदे, गुरु गोबिंद सिंह सच्चे पातशाह पिता सतगुरु की कृपा है, जिउंदे नूं मैनूं को 20 तो 30 लाख भी आ जाए तो पकड़ के नहीं लैके जा सकता। मरे नूं जिथे मर्जी को लै जाए वो मिट्टी होना। ये शब्द महापुरखों के कहे हुए है। जिउंदे नूं कहंदे मैनूं को पकड़ के नहीं लैके जा सकता, भावें 20 का 30 लाख भी चढ़ के आ जाए। तो बोलदियां बोलदियां निमरता नाल गुरु ग्रंथ साहब जी वाल हाथ जोड़ के कहा, गुरु साहब की कृपा है। ये महाराज की कृपा उन्हां दे मुख तो बोलदी सी। गुरु गोबिंद सिंह सच्चे पातशाह जे जो बचन इतिहास विच दुश्मनां दे प्रथाएं कहे ना, वो गुरु गोबिंद सिंह साहब जी महाराज की प्रतख शक्ति उन्हां दी रसना तो बोलदी कौम ने सुनी कन्नां नाल। अज भी सुनदे आ नौजवान जिन्हां नूं प्रीत है उन्हां दे बचनां नाल। ते साध संगत जी, जरनल साहब दे शरीर नूं रस्सियां नाल घसीट के अकाल तख्त साहब दे तहखाने चों बाहर कढ़िया गया। जदों बाहर कढ़िया ते ਉਹ ਜਰਨਲ ਸੁਬੇਗ ਸਿੰਘ ਸਾਹਿਬ ਜਿਨ੍ਹਾਂ ਨੇ 90,000 ਪਾਕਿਸਤਾਨੀ ਫੌਜ ਦੇ ਹਥਿਆਰ ਸਟਾਏ ਸੀ ਤੇ ਦੁਸ਼ਮਣ ਦੇ ਮਰੇ ਹੋਏ ਜਰਨਲਾਂ ਦਾ ਸਤਿਕਾਰ ਕੀਤਾ ਸੀ। ਕਿਹਾ ਸੀ ਜਿਹੜਾ ਕੋਈ ਫੌਜ ਦਾ ਸਿਪਾਹੀ ਜਾਂ ਜਰਨਲ ਸ਼ਹੀਦ ਹੁੰਦਾ ਮੈਦਾਨੇ ਜੰਗ ਦੇ ਅੰਦਰ,
ਉਹਦਾ ਸਰਕਾਰੀ ਸਨਮਾਨ ਕੀਤਾ ਜਾਏ, ਚਾਹੇ ਉਹ ਦੁਸ਼ਮਣ ਦੀ ਫੌਜ ਦਾ ਜਰਨਲ ਕਿਉਂ ਨਾ ਹੋਵੇ। ਐਡਾ ਅਖਲਾਕ ਸੀ ਜਰਨਲ ਸਾਹਿਬ ਦਾ ਉੱਚਾ। ਅੱਜ ਸਾਧ ਸੰਗਤ ਜੀ, ਅੱਜ 6 ਜੂਨ ਦਾ ਦਿਨ ਸੰਸਾਰ ਨੇ ਵੇਖਿਆ ਜਰਨਲ ਸਾਹਿਬ ਦੇ ਸਰੀਰ ਨੂੰ ਠੁੱਡੇ ਮਾਰੇ ਸੀ। ਭਾਵੇਂ ਕਿ ਉਹ ਸ਼ਹੀਦ ਹੋ ਚੁੱਕੇ ਸਨ, ਪਰ ਫਿਰ ਵੀ ਫੌਜ ਨੇ ਦਰਿੰਦਗੀ ਦਾ ਸਬੂਤ ਦਿੱਤਾ। ਜਰਨਲ ਸਾਹਿਬ ਦੇ ਸਰੀਰ ਨੂੰ ਜਿੱਥੇ ਠੁੱਡੇ ਮਾਰੇ ਗਏ, ਉਹਨਾਂ ਦੇ ਸਰੀਰ ਦੇ ਉੱਤੇ, ਮ੍ਰਿਤਕ ਸਰੀਰ ਦੇ ਉੱਤੇ, ਸ਼ਹੀਦ ਸਰੀਰ ਦੇ ਉੱਤੇ ਥੁੱਕਿਆ ਤੱਕ ਗਿਆ। ਇਹੋ ਜਿਹੀ ਬੇਰੁਮਤੀ ਕੀਤੀ, ਪਰ ਉਹ ਸ਼ਹੀਦ ਇਹਨਾਂ ਨਰਾਦਰਾਂ ਤੋਂ ਉੱਪਰ ਉੱਠ ਜਾਂਦੇ ਆ। ਉਹਨਾਂ ਨੂੰ ਦੇਹੀ ਦਾ ਨਰਾਦਰ ਤਾਂ ਕਰ ਰਹੇ ਸੀ, ਸੰਸਾਰ ਵੇਖ ਰਿਹਾ ਸੀ ਕਿ ਇਹਨਾਂ ਦੇ ਅੰਦਰ ਕਿੰਨੀ ਦਰਿੰਦਗੀ ਹੈ, ਕਿਹੋ ਜਿਹੇ ਇਹਨਾਂ ਦੇ ਅਖਲਾਕ ਹੋਣਗੇ। ਜਿਸ ਦੇਸ਼ ਦੇ ਵਾਸਤੇ ਏਡਾ ਸ਼ਾਨਾ ਮੱਤਾ ਇਤਿਹਾਸ ਰਚਿਆ, ਉਸ ਦੇਸ਼ ਦੀ ਫੌਜ ਦੇ ਸਿਪਾਹੀਆਂ ਨੇ ਜਰਨਲ ਸਾਹਿਬ ਦੇ ਸਰੀਰ ਦਾ ਏਡਾ ਵੱਡਾ ਨਰਾਦਰ ਕੀਤਾ। ਤੇ ਜਿਹੜੇ ਚਸ਼ਮਦੀਦ ਨੇ ਉਸ ਸਮੇਂ ਦੇ, ਉਹਨਾਂ ਵਿੱਚੋਂ ਕੁਝ ਸਰੀਰ ਜਿਹੜੇ ਬਚੇ ਹੋਏ, ਸਾਧ ਸੰਗਤ ਜੀ, ਮਹਾਂਪੁਰਖਾਂ ਨੇ ਅੱਜ 6 ਜੂਨ ਦੇ ਦਿਨ, ਭਾਵੇਂ ਕਿ ਕਈ ਵਧਾ ਚੜਾ ਕੇ ਵੀ ਬਹੁਤ ਸਾਰਾ ਦੱਸਦੇ ਹੈ, ਜਿਹੜੇ ਕੋਈ ਮੌਕੇ ਤੇ ਇੱਕ ਦੋ ਇਹੋ ਜਿਹਾ ਸਬੂਤ ਦਿੰਦੇ ਹੈ। ਤੇ ਸਾਧ ਸੰਗਤ ਜੀ, ਜਿਹੜਾ ਹੈ ਕਿਸੇ ਵੀ ਗੱਲ ਨੂੰ ਜ਼ਿਆਦਾ ਵਧਾ ਕਰਕੇ ਦੱਸਣ ਨਾਲ ਉਹਨਾਂ ਦਾ ਖਿਆਲ ਹੁੰਦਾ ਹੈ ਕਿ ਮੈਂ ਜਿਹੜਾ ਹੈ ਨਾਇਕ ਦੀ ਤਰ੍ਹਾਂ ਆਪਣੇ ਆਪ ਨੂੰ ਪੇਸ਼ ਕਰਾਂ ਕਿ ਸਿੱਖ ਖੁਸ਼ ਹੋਣ, ਤੇ ਸੰਤਾਂ ਦੇ ਨਾਲ ਆਪ ਦੀ ਗੱਲਬਾਤ ਕੋਲੋਂ ਵੀ ਜੋੜ ਕਰਕੇ ਦੱਸਣ ਦਾ ਕਈਆਂ ਯਤਨ ਕੀਤਾ। ਪਰ ਜਿਹੜੇ ਸੰਗੀ ਸਨ ਨਾ ਮਹਾਂਪੁਰਖਾਂ ਦੇ, ਉਹਨਾਂ ਨੂੰ ਮਹਾਂਪੁਰਖਾਂ ਦੇ ਸੁਭਾਅ ਬਾਰੇ ਪੁੱਛੋ, ਕਹਿੰਦੇ ਇੰਨਾ ਦਿਆਲੂ ਸੁਭਾਅ ਸੀ ਮਹਾਂਪੁਰਖਾਂ ਦਾ, ਇੰਨੀ ਨਿਮਰਤਾ ਸੀਗੀ। ਜਦੋਂ ਇਹ ਮੋਰਚਾ ਸ਼ੁਰੂ ਹੋਣਾ ਸੀ ਨਾ, ਸਾਰੇ ਸਿੰਘਾਂ ਨੂੰ ਇਕੱਠਿਆਂ ਕਰਕੇ ਕਿਹਾ ਸੀ, ਸਿੰਘੋ ਤੁਸੀਂ ਸਾਰੇ ਸਤਿਕਾਰਯੋਗ ਹੋ, ਇਹ ਜ਼ਿੰਦਗੀ ਦੀ ਨਈਆ ਗੁਰੂ ਰਾਮਦਾਸ ਸਾਹਿਬ ਜਾਣਦੇ ਆ ਕਦੋਂ ਤੱਕ ਚੱਲੇਗੀ, ਪਰ ਅਸੀਂ ਬੜੇ ਵਡਭਾਗੀ ਹਾਂ। ਪਰ ਮੈਂ ਆਪਣੇ ਵੱਲੋਂ ਬੇਨਤੀ ਕਰਨ ਲਈ ਤੁਹਾਨੂੰ ਇਕੱਠਿਆਂ ਕੀਤਾ ਕਿ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਮੇਰੇ ਕੋਲੋਂ ਕਿਸੇ ਨੂੰ ਕੌੜਾ ਬੋਲਿਆ ਗਿਆ ਹੋਵੇ, ਕਿਸੇ ਨੂੰ ਫਿੱਕਾ ਬੋਲਿਆ ਗਿਆ ਹੋਵੇ, ਤੇ ਮੈਨੂੰ ਖਾਲਸਾ ਜੀ ਮਾਫ ਕਰਿਓ। ਇਹ ਸ਼ਬਦ ਮਹਾਂਪੁਰਖਾਂ ਨੇ ਆਖਰੀ ਵਾਰ ਸਿੰਘਾਂ ਨੂੰ ਨਿਮਰਤਾ ਨਾਲ ਕਹੇ ਸੀਗੇ, ਜਿਨ੍ਹਾਂ ਦੀ ਬਾਬਤ ਦੁਸ਼ਮਣ ਕਹਿੰਦੇ ਆ ਕਿ ਗਰਮ ਬੋਲਦੇ ਸੀ, ਪੁਆੜਾ ਪਾਉਣਾ ਚਾਹੁੰਦੇ ਸੀ। ਜੇ ਉਹਨਾਂ ਦੇ ਨਿਕਟਵਰਤੀਆਂ ਨੂੰ ਪੁੱਛੋ ਤੇ ਬਹੁਤ ਦਇਆ ਵਾਲਾ ਸੁਭਾਅ ਸੀ ਮਹਾਂਪੁਰਖਾਂ ਦਾ, ਬੜੀ ਨਿਮਰਤਾ ਵਾਲਾ ਸੁਭਾਅ ਸੀ। ਤੇ ਇਹ ਵੀ ਦੱਸਦੇ ਸੀ ਕਿ ਮਸਤਕ ਤੇ ਪ੍ਰਤਾਪ ਇੰਨਾ ਸੀ, ਜਿਹੜਾ ਨੇਤਰਾਂ ਵਿੱਚ ਨੂਰ ਇਹੋ ਜਿਹਾ, ਕਸ਼ਿਸ਼ ਇਹੋ ਜਿਹੀ ਸੀ ਕਿ ਮਹਾਂਪੁਰਖਾਂ ਨਾਲ ਹਾਰੀ ਸਾਰੀ ਗੱਲ ਨਹੀਂ ਸੀ ਕਰ ਸਕਦਾ। ਉਹ ਆਪ ਹੀ ਹਾਸ ਰਸ ਵਿੱਚ ਪ੍ਰੇਮ ਦੇ ਨਾਲ ਸਿੰਘਾਂ ਨਾਲ ਦੋਸਤਾਨਾ ਗੱਲਾਂ ਬਾਤਾਂ ਕਰਿਆ ਕਰਦੇ, ਪਰ ਕਹਿੰਦੇ ਉਹਨਾਂ ਦੇ ਪ੍ਰਤਾਪ ਅੱਗੇ ਇਹੋ ਜਿਹਾ ਉਹਨਾਂ ਦਾ ਜ਼ਬਾ ਸੀ ਕਿ ਕੋਲ ਨਿਕਟਵਰਤੀ ਰਹਿੰਦੇ ਵੀ ਕਹਿੰਦੇ ਕਿ ਸਾਡਾ ਹੌਸਲਾ ਨਹੀਂ ਸੀ ਪੈਂਦਾ ਉਹਨਾਂ ਨਾਲ ਛੇਤੀ ਗੱਲ ਕਰਨ ਨੂੰ। ਇਹ ਸਤਿਗੁਰੂ ਜੀ ਦੀ ਬਾਣੀ ਦਾ ਪ੍ਰਤਾਪ ਹੈ, ਇਹ ਨਾਮ ਦੀ ਬੰਦਗੀ ਦਾ ਪ੍ਰਤਾਪ ਹੈ ਸਾਧ ਸੰਗਤ ਜੀ। ਜਿਹੜਾ ਟਕਸਾਲ ਦੀਆਂ ਰਵਾਇਤਾਂ ਨੇ, ਉਹਨਾਂ ਰਵਾਇਤਾਂ ਦੇ ਮੁਤਾਬਕ ਮਹਾਂਪੁਰਖਾਂ ਨੇ ਜੀਵਨ ਜੀਵਿਆ। ਤੇ ਜਦੋਂ ਮਹਾਂਪੁਰਖਾਂ ਨੇ ਇਹ ਵਕਤ ਵੇਖਿਆ ਤੇ ਉਸ ਸਮੇਂ ਇਹ ਦੱਸਣ ਵਾਲਿਆਂ ਨੇ ਦੱਸਿਆ ਕਿ ਮਹਾਂਪੁਰਖਾਂ ਨੇ ਇੱਕ ਵਾਰੀ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਹਿਖਾਨੇ ਵਿੱਚ ਖੂਹ ਹੈ, ਅੰਮ੍ਰਿਤ ਵੇਲੇ ਉਸ ਖੂਹ ਦੇ ਜਲ ਨਾਲ ਇਸ਼ਨਾਨ ਕੀਤਾ, ਆਪਦਾ ਨਿਤਨੇਮ ਕੀਤਾ ਜਿਹੜਾ ਰੋਜ਼ ਨਿਯਮ ਕਰਦੇ ਸੀਗੇ। ਫਿਰ ਜਿੰਨੇ ਸਿੰਘ ਸੀਗੇ ਨਾਲ, ਉਹ ਹਥਿਆਰਾਂ ਨਾਲ ਸਾਰੇ ਲੈਸ਼ ਹੋ ਕੇ ਕੋਠਾ ਸਾਹਿਬ ਦੇ ਅੰਦਰ ਆਏ। ਤੇ ਕੋਠਾ ਸਾਹਿਬ ਵਿੱਚ ਮਹਾਂਪੁਰਖਾਂ ਨੇ ਅਰਦਾਸ ਕੀਤੀ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ। 10 ਪਾਤਸ਼ਾਹੀਆਂ ਦਾ ਨਾਮ ਲੈ ਕੇ ਮਹਾਂਪੁਰਖਾਂ ਨੇ ਅਰਦਾਸ ਰੂਪ ਵਿੱਚ ਬੇਨਤੀ ਦੇ ਸ਼ਬਦ ਕਹੇ ਆ, ਸੱਚੇ ਪਾਤਸ਼ਾਹ ਜਿੰਨਾ ਚਿਰ ਆਪ ਦੀ ਕੌਮ ਆਜ਼ਾਦ ਨਹੀਂ ਹੁੰਦੀ, ਬਾਰ-ਬਾਰ ਮੈਂ ਧਰਤੀ ਤੇ ਜਨਮ ਲਵਾਂ। ਇਹ ਸ਼ਬਦ ਉਹਨਾਂ ਦੇ ਆਖਰੀ ਵਾਰ ਮੁਖ ਤੋਂ ਕਹੇ ਹੋਏ। ਤੇ ਜਿਸ ਵਕਤ ਮਹਾਂਪੁਰਖ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਜਥੇਦਾਰ ਨੇ, ਅੱਗੇ ਗੋਲੀਆਂ ਤੇ ਗੋਲਿਆਂ ਦੀ ਬਾਛੜ ਹੋ ਰਹੀ ਹੈ। ਇਹ ਉਹੀ ਸ਼੍ਰੀ ਅਕਾਲ ਤਖਤ ਸਾਹਿਬ ਹੈ ਜਿੱਥੇ ਕਿਤੇ ਦਮਦਮੀ ਟਕਸਾਲ ਦੇ ਦੂਸਰੇ ਮੁਖੀ ਨੇ, ਬਾਬਾ ਗੁਰਬਖਸ਼ ਸਿੰਘ ਨੇ ਤੋਪਾਂ ਦੇ ਗੋਲਿਆਂ ਅੱਗੇ ਛਾਤੀ ਡਾਹੀ ਸੀ। ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਸਰਜੀਤ ਕਰਦਿਆਂ ਹੋਇਆਂ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਤੋਪਾਂ ਤੇ ਗੋਲਿਆਂ ਦੇ ਅੱਗੇ ਸਾਧ ਸੰਗਤ ਜੀ ਛਾਤੀ ਡਾਹ ਕੇ ਸੂਰਬੀਰਾਂ ਦੀ ਅਗਵਾਈ ਕਰਦੇ ਹੋਏ
ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਉਤਰੇ ਹੈ, ਉਸ ਸਮੇਂ ਸਿੰਘਾਂ ਨੇ ਜੋਸ਼ ਦੇ ਨਾਲ ਆਪਣੇ ਹਥਿਆਰ ਜਿਹੜੇ ਸੀ ਹੱਥਾਂ ਵਿੱਚ ਉਭਾਰੇ ਹੈ ਤੇ ਆਪਣੇ ਮੁਖ ਤੋਂ ਇਹ ਸ਼ਬਦ ਪੜਿਆ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੈ ਖੇਤ। ਇਉਂ ਲੱਗ ਰਿਹਾ ਸੀ ਜਿਵੇਂ ਉਹਨਾਂ ਦਾ ਸ਼ਹੀਦ ਹੋਣ ਨੂੰ ਮਨ ਕਾਹਲਾ ਪੈ ਰਿਹਾ ਹੋਵੇ। ਫੌਜ ਪ੍ਰਕਰਮਾਂ ਵਿੱਚ ਉਤਰ ਚੁੱਕੀ ਹੈ। ਦੂ ਬਦੂ ਲੜਾਈ ਦਾ ਨਜ਼ਾਰਾ ਉਸ ਸਮੇਂ ਵੇਖਣ ਨੂੰ ਮਿਲਿਆ। ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਉੱਥੇ ਸ਼ਹੀਦ ਹੁੰਦੇ ਹੈ। ਬਹੁਤ ਭਾਰੀ ਗੋਲੀਆਂ ਦਾ ਬਰਸ਼ਟ ਉਹਨਾਂ ਦੇ ਆ ਕਰਕੇ ਵੱਜਦਾ ਹੈ। ਫਿਰ ਵੀ ਜਿੰਨਾ ਚਿਰ ਸਰੀਰ ਦੇ ਅੰਦਰ ਸਵਾਸ ਸੀ, ਭਾਈ ਸਾਹਿਬ ਨੇ ਥੰਮਲੇ ਦਾ ਆਸਰਾ ਲੈ ਕਰਕੇ ਗੋਲੀਆਂ ਆਪ ਦੀ ਗੰਨ ਚੋਂ ਚਲਾਈਆਂ। ਜਿੰਨਾ ਚਿਰ ਕਿ ਸਰੀਰ ਬੇਸੁਰਤ ਨਹੀਂ ਹੋਇਆ, ਸ਼ਹਾਦਤ ਦਾ ਜਾਮ ਨਹੀਂ ਪੀ ਗਏ, ਉਹਨਾਂ ਚਿਰ ਸ਼ਸਤਰ ਨਹੀਂ ਹੱਥੋਂ ਛੁੱਟਿਆ। ਬਾਬਾ ਥਾਰਾ ਸਿੰਘ ਸਾਹਿਬ ਜੀ ਦਾ ਸ਼ਹੀਦ ਹੋਣਾ। ਫਿਰ ਸਾਧ ਸੰਗਤ ਜੀ ਇਹ ਵੀ ਜ਼ਿਕਰ ਆਇਆ ਕਿ ਮੁਕਤਾ ਜੀ, ਜਿਨ੍ਹਾਂ ਦਾ ਸਾਧ ਸੰਗਤ ਜੀ ਇਹ ਕਵਿਤਾ ਲਿਖਣ ਦਾ ਸੁਭਾਅ ਸੀਗਾ, ਹਾਸ ਰਸ ਦੇ ਬਚਨ ਬਾਹਲੇ ਕਰਿਆ ਕਰਦੇ। ਕਹਿੰਦੇ ਕਿ ਉਹਨਾਂ ਨੇ ਉਤਰਨ ਲੱਗਿਆ ਆਪਦੇ ਮੂੰਹ ਤੇ ਬਾਲਟੀ ਪਾਈ। ਉਹ ਨਾਲ ਦਾ ਸਿੰਘ ਕਹਿੰਦਾ, ਮੁਕਤਿਆ ਤੂੰ ਬਾਲਟੀ ਪਾ ਲਈ ਹੈ ਮੂੰਹ ਤੇ। ਕਹਿੰਦੇ ਹੁਣ ਮਰਨਾ ਇੱਥੇ, ਤੇ ਜਦੋਂ ਮੇਰੇ ਮੂੰਹ ਤੇ ਗੋਲੀ ਵੱਜ ਗਈ ਤੇ ਵੇਖਣ ਵਾਲੇ ਨੂੰ ਕਿਹਨੂੰ ਪਤਾ ਲੱਗਣਾ ਕਿ ਮੁਕਤਾ ਸ਼ਹੀਦ ਹੋਇਆ ਪਿਆ। ਕਹਿੰਦੇ ਛਾਤੀ 'ਚ ਗੋਲੀ ਵੱਜੇਗੀ, ਮੂੰਹ ਬਚ ਜਾਏਗਾ ਤੇ ਆਣ ਕੇ ਕੋਈ ਵੇਖੇਗਾ ਬੱਲੇ ਬੱਲੇ ਵੀ ਮੁਕਤਾ ਵੀ ਸ਼ਹੀਦ ਹੋਇਆ ਇੱਥੇ ਪਿਆ। ਸਾਰੇ ਹੱਸ ਪਏ। ਉਸ ਸਮੇਂ ਜਦੋਂ ਸ਼ਹਾਦਤ ਦੀ ਦੇਵੀ ਨੂੰ ਵਰਨਾ, ਉਦੋਂ ਵੀ ਹਾਸੇ ਤੇ ਠੱਠੇ ਕਰ ਰਿਹਾ ਸੀ ਉਹ ਸਿੰਘ। ਕਿਹੋ ਜਿਹਾ ਉਹਨਾਂ ਦਾ ਹੌਸਲਾ ਬੁਲੰਦ ਹੋਵੇਗਾ। ਤੇ ਉਹਨਾਂ ਨੇ ਉੱਥੇ ਸ਼ਹੀਦੀ ਪਾਈ ਹੈ ਸਾਧ ਸੰਗਤ ਜੀ। ਫਿਰ ਇੱਕਦਮ ਧੂਆਂ ਧਾਰ ਹੋਣਾ, ਤੋਪਾਂ ਦੇ ਗੋਲਿਆਂ ਦਾ ਮੀਂਹ ਵਰਨਾ। ਮਹਾਂਪੁਰਖਾਂ ਨੇ ਉਸ ਵਰ ਦੀ ਗੋਲੀ ਵਿੱਚ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਂ ਦੀ ਪਰਿਕਰਮਾ ਕੀਤੀ ਹੈ। ਜਿਨ੍ਹਾਂ ਨੇ ਵੇਖਿਆ, ਫਿਰ ਕਹਿੰਦੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲ ਨੂੰ ਮਹਾਂਪੁਰਖ ਵਧੇ ਹੈ ਤੇ ਸਰਦਲ ਵੱਲ ਨੂੰ ਮੱਥਾ ਟੇਕਣ ਵਾਸਤੇ ਜਿਵੇਂ ਜਾਂਦੇ ਆ, ਪਰ ਕਹਿੰਦੇ ਧੂਆਂ ਧਾਰ ਇੰਨਾ ਜ਼ਿਆਦਾ ਹੈ ਕਿ ਸਾਨੂੰ ਉਸ ਤੋਂ ਬਾਅਦ ਕੁਝ ਵੀ ਦਿਖਾਈ ਨਹੀਂ ਦਿੱਤਾ। ਫੌਜ ਸ੍ਰੀ ਅਕਾਲ ਤਖਤ ਸਾਹਿਬ ਤੱਕ ਆ ਚੁੱਕੀ ਸੀਗੀ। ਉਸ ਤੋਂ ਬਾਅਦ ਕੀ ਕੁਝ ਵਾਪਰਿਆ ਹੈ ਤਾਂ ਸਾਧ ਸੰਗਤ ਜੀ ਪੱਤਰਕਾਰਾਂ ਨੇ ਆਪਦੀਆਂ ਜ਼ਬਾਨੀ ਜਿਵੇਂ ਜਿਵੇਂ ਦੱਸਿਆ, ਜਿਸ ਨੇ ਜੋ ਕੁਝ ਵੇਖਿਆ। ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੰਦਰ ਵੱਜੀਆਂ ਗੋਲੀਆਂ, ਲੰਗਰ ਸਾਹਿਬ ਦੀ ਇਮਾਰਤ, ਤੇਜਾ ਸਿੰਘ ਸਮੁੰਦਰੀ ਹਾਲ ਦੀ ਇਮਾਰਤ, ਇਹ ਤਾਂ ਕਈ ਮਹੀਨਿਆਂ ਤੱਕ ਦੱਸਦੀਆਂ ਰਹੀਆਂ ਨੇ ਕਿ ਇੱਥੇ ਕੀ ਕੁਝ ਵਾਪਰਿਆ, ਇੱਥੇ ਕੀ ਕੁਝ ਹੋਇਆ। ਤੋ ਅੱਜ ਉਹਨਾਂ ਸ਼ਹੀਦਾਂ ਦੀ ਪਵਿੱਤਰ ਸ਼ਹਾਦਤ ਨੂੰ ਨਮਸਕਾਰ ਕਰਦਿਆਂ ਹੋਇਆਂ 6 ਜੂਨ ਦੇ ਦਿਨ ਸਾਧ ਸੰਗਤ ਜੀ ਅੱਜ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਵੀ ਪੈਣਗੇ। ਤੋ ਇਹ ਪਿਛਲੇ ਦਿਨਾਂ ਤੋਂ ਆਪਾਂ ਸਾਕਾ ਸਰਵਣ ਕਰਦੇ ਆ ਰਹੇ ਹਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਸ ਤਖਤ ਦੀ ਸਿਰਜਣਾ ਕੀਤੀ, ਸਾਧ ਸੰਗਤ ਜੀ ਉਸ ਤਖਤ ਨੂੰ ਢਾਇਆ ਗਿਆ। ਕੌਮ ਦੇ ਅੰਦਰ ਅੱਜ ਵੀ ਉਹ ਸੱਲ ਜਿਹੜਾ ਨਾ ਉਵੇਂ ਹੀ ਰਿਸਦਾ ਹੈ। ਨੌਜਵਾਨਾਂ ਦੇ ਦਿਲ ਉਵੇਂ ਹੀ ਸਾਧ ਸੰਗਤ ਜੀ ਆਪਣੇ ਤਖਤ ਨੂੰ ਯਾਦ ਕਰਕੇ ਜਿਹੜੇ ਆ ਬਹੁਤ ਜ਼ਿਆਦਾ ਦੁਖੀ ਹੁੰਦੇ ਆ ਕਿ ਇਸ ਦੇਸ਼ ਦੇ ਅੰਦਰ ਸਾਡੀ ਇਹ ਹਾਲਤ ਕੀਤੀ ਗਈ। ਸਤਿਗੁਰੂ ਜੀ ਕਿਰਪਾ ਕਰਨ, ਮਹਾਰਾਜ ਦੇ ਅੰਦਰ ਜਿਹੜੇ ਬਖਸ਼ੇ ਹੋਏ ਸਾਨੂੰ ਸਿੱਖੀ ਸਿਧਾਂਤ ਹਨ, ਸਾਡੇ ਅੰਦਰੋਂ ਨਾ ਸ੍ਰੀ ਅਕਾਲ ਤਖਤ ਸਾਹਿਬ ਗਿਰ ਜਾਵੇ। ਬਾਹਰ ਇਮਾਰਤ ਵਾਲਾ ਤਖਤ ਸਾਹਿਬ ਆਪਾਂ ਸਾਧ ਸੰਗਤ ਜੀ ਭਾਵੇਂ ਕੋ ਇੱਟਾਂ ਦੀ ਇਮਾਰਤ ਵੈ, ਪਰ ਇੱਟਾਂ ਦੀ ਇਮਾਰਤ ਨਹੀਂ ਹੈ ਕੇਵਲ, ਉਹ ਸਾਡੀ ਅਣਖ ਤੇ ਗੈਰਤ ਦਾ ਪ੍ਰਤੀਕ ਹੈ, ਸਾਡੀ ਸਿੱਖੀ ਦੇ ਸੋਮੇ ਦਾ ਪ੍ਰਤੀਕ ਹੈ। ਇਸ ਕਰਕੇ ਜੇ ਆਪਾਂ ਵੇਖੀਏ ਜਿਸ ਪਾਵਨ ਤਖਤ ਤੇ ਅਸੀਂ ਸਜੇ ਬੈਠੇ ਹਾਂ, ਭਾਵੇਂ ਕਿ ਲੱਗੀਆਂ ਤੇ ਇੱਟਾਂ ਤੇ ਚੂਨਾ ਹੀ ਲੱਗਾ ਹੋਇਆ ਇਹਦੇ ਅੰਦਰ ਵੀ, ਪਰ ਸਾਧ ਸੰਗਤ ਜੀ ਇਸ ਤਖਤ ਸਾਹਿਬ ਦੀ ਇੱਕ ਇੱਕ ਜਿਹੜੀ ਨੁੱਕਰ ਵੈ, ਇੱਕ ਇੱਕ ਜਿਹੜੀ ਕੰਧ ਵੈ, ਉਹ ਸਿੱਖੀ ਦੀ ਜਿੰਦ ਜਾਨ ਵੈ। ਕਿਉਂਕਿ ਸਿੱਖ ਕੇਵਲ ਇੱਟਾਂ ਕਰਕੇ ਨਹੀਂ ਪਿਆਰ ਕਰਦੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸੱਚਖੰਡ ਜਾਣ ਦਾ ਥਾਂ ਜਾਣ ਕਰਕੇ ਪਿਆਰ ਕਰਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਤਖਤ ਇਸ ਅਸਥਾਨ ਤੇ ਮਹਾਰਾਜ ਜੀ ਬਖਸ਼ਿਸ਼ ਕੀਤਾ ਹੈ। ਇਹ ਸਾਡੇ ਕੌਮ ਦੀ ਰਹਿਨਮਾਈ ਕਰਦੇ ਆ ਤਖਤ, ਇਸ ਕਰਕੇ ਤਖਤ ਕੌਮਾਂ ਦੀ ਜਿੰਦ ਜਾਨ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਸਾਨੂੰ ਸਿੱਖੀ ਅਸੂਲ ਦਿੱਤੇ ਹੈ, ਜੋ ਤਖਤਾਂ ਤੋਂ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ, ਸਾਡੇ ਪੁਰਖਿਆਂ ਨੇ ਰਹਿਨਮਾਈਆਂ ਦਿੱਤੀਆਂ ਨੇ, ਉਹਨਾਂ ਰਹਿਨਮਾਈਆਂ ਨੂੰ ਸਾਨੂੰ ਚੇਤੇ ਕਰਨਾ ਚਾਹੀਦਾ ਹੈ। ਆਪਣੇ ਤਖਤ ਅਸਥਾਨਾਂ ਨਾਲ ਜੁੜਨਾ ਚਾਹੀਦਾ ਹੈ, ਬਾਣੀ ਬਾਣੇ ਨਾਲ ਜੁੜਨਾ ਚਾਹੀਦਾ ਹੈ, ਤਾਂ ਹੀ ਸ਼ਹੀਦਾਂ ਨੂੰ ਯਾਦ ਰੱਖਿਆ ਜਾ ਸਕਦਾ ਹੈ। ਜੇ ਆਪਾਂ ਸਾਰੀਆਂ ਬਦਫੈਲੀਆਂ ਕਰੀਏ
ਤੇ ਸ਼ਹੀਦਾਂ ਦੇ ਵਾਰਸ ਨਹੀਂ ਬਣ ਸਕਦੇ। ਫਿਰ ਸਿੱਖੀ ਸਰੂਪ ਵਿੱਚ ਆਈਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਬਾਣੀ ਬਾਣੇ ਦੇ ਧਾਰਨੀ ਹੋਈਏ। ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸੇ ਦਾ ਸਰੂਪ ਸਾਜਿਆ ਨਾ, ਭਰਮ ਭੇਖ ਤੇ ਰਹਿ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ, ਉਹ ਖਾਲਸੇ ਸਜੀਏ। ਸਤਿਗੁਰੂ ਜੀ ਕਿਰਪਾ ਕਰਨ, ਗਰੀਬ ਨਿਵਾਸ ਸੱਚੇ ਪਾਤਸ਼ਾਹ। ਆਓ ਮਹਾਰਾਜ ਜੀ ਦੇ ਜੋ ਪਵਿੱਤਰ ਉਪਦੇਸ਼ ਹੈ ਬਾਣੀ ਦਾ, ਲੜੀਵਾਰ ਕਥਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਮਾਝ ਰਾਗ ਦੀ ਵਾਰ ਵਿੱਚ ਚੱਲ ਰਹੀ ਹੈ। ਇਹ ਅਖੀਰਲੇ 2 ਸ਼ਬਦ ਹਨ। ਸਾਧ ਸੰਗਤ ਜੀ, ਇੱਕ ਸ਼ਬਦ ਹੋਰ ਹੋ ਕਰਕੇ ਫਿਰ ਵਾਰ ਦੀ ਸਮਾਪਤੀ ਹੋਵੇਗੀ, ਭੋਗ ਪਵੇਗਾ। ਇਹ ਸ਼ਬਦ ਆਰੰਭ ਹੋਇਆ ਪਿਛਲੇ ਦਿਨਾਂ 'ਚ, ਜਦੋਂ ਦਾ ਆਪਾਂ ਘੱਲੂਘਾਰੇ ਦਾ ਇਤਿਹਾਸ ਸਰਵਣ ਕਰਦੇ ਆ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਰੇਵੜਿਆਂ ਦੀ ਬਾਬਤ ਇਹਦੇ ਅੰਦਰ ਸਾਧ ਸੰਗਤ ਜੀ ਉਹਨਾਂ ਦੀ ਕਿਰਿਆ ਕਥਨ ਕੀਤੀ ਹੈ। ਤੇ ਸਤਿਗੁਰੂ ਜੀ ਅੱਗੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜਿਵੇਂ ਮਹੱਲੇ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਆ, ਪਿਆਰ ਨਾਲ ਸਰਵਣ ਕਰੀਏ। ਹਜ਼ੂਰ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਮਹਲਾ ਦੂਜਾ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਆਪਣੇ ਸ਼੍ਰੀ ਕੰਠ ਤੋਂ ਫਰਮਾਉਂਦੇ ਹਨ, ਅਗੇ ਪਾਲਾ ਕੇ ਕਰੇ। ਇਹ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਹਜ਼ੂਰ ਭਾਈ ਬਾਲਾ ਜੀ ਤੋਂ ਇਹ ਸਾਰਾ ਪ੍ਰਸੰਗ ਸੁਣਿਆ ਨਾ, ਸਰੇਵੜੇ ਵਾਲਾ ਖਡੂਰ ਸਾਹਿਬ ਮਹਾਰਾਜ ਜਨਮ ਸਾਖੀ, ਉੱਥੇ ਆ ਜਾਓ। ਹੁਣ ਜਦੋਂ ਮਹਾਰਾਜ ਸੁਣ ਰਹੇ ਸੀ ਤੇ ਭਾਈ ਬਾਲਾ ਜੀ ਉਚਾਰਨ ਕਰ ਰਹੇ ਸੀ, ਜਿਹੜੀ ਸਰੇਵੜੇ ਨਾਲ ਸਾਰੀ ਚਰਚਾ ਹੋਈ, ਭਾਈ ਬਾਲਾ ਜੀ ਨੇ ਮਹਾਰਾਜ ਦੇ ਸਾਹਮਣੇ ਦੱਸਿਆ ਸਾਰਾ ਕੁਛ ਕਿ ਇਉਂ ਸਰੇਵੜੇ ਨਾਲ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਚਰਚਾ ਹੋਈ। ਇਤਿਹਾਸ ਕਲਮਬੰਦ ਕੀਤਾ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ। ਨਹੀਂ ਤੇ ਇਹਨਾਂ ਨਾਸਤਕਾਂ ਨੇ ਕਹਿਣਾ ਸੀ ਵੇਖੋ ਉਥਾਨਕਾਂ ਵੀ ਆਪੇ ਹੀ ਜੋੜੀ ਫਿਰਦੇ ਆ। ਇਹ ਇਤਿਹਾਸ ਦੀਆਂ ਸਾਰੀਆਂ ਉਥਾਨਕਾਂ ਸਾਧ ਸੰਗਤ ਜੀ ਸ਼ਬਦ ਸਤਿਗੁਰਾਂ ਜੀ ਦੇ ਥਾਵਾਂ ਥਾਵਾਂ ਤੇ ਉਚਾਰਨ ਕੀਤੇ ਹੋਏ ਕਿਹਦੇ ਪ੍ਰਥਾएं ਮਹਾਰਾਜ ਜੀ ਨੇ ਸਿੱਖਿਆ ਦਿੱਤੀ, ਉਹ ਸਾਡਾ ਇਤਿਹਾਸ ਦੱਸਦਾ ਹੈ। ਤੇ ਜਦੋਂ ਭਾਈ ਬਾਲਾ ਜੀ ਨੇ ਸਾਰਾ ਇਹ ਮਹਾਰਾਜ ਦੀ ਸਰੇਵੜੇ ਨਾਲ ਹੋਈ ਚਰਚਾ ਦਾ ਇਤਿਹਾਸ ਬਿਆਨ ਕੀਤਾ, ਦੱਸਣ ਵਾਲੇ ਕੌਣ ਹੈ? ਭਾਈ ਬਾਲਾ ਜੀ, ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ, ਚਸ਼ਮਦੀਦ ਗਵਾਹ ਨੇ। ਜੋ ਕੁਝ ਵੇਖਿਆ ਉਹ ਕੁਝ ਬਿਆਨ ਕੀਤਾ ਤੇ ਗੁਰੂ ਅੰਗਦ ਸਾਹਿਬ ਨੇ ਭਾਈ ਪੈੜੇ ਮੋਖੇ ਤੋਂ ਕੁਝ ਲਿਖਤੀ ਰੂਪ ਵਿੱਚ ਲਿਖਤਬੰਦ ਕਰਾ ਦਿੱਤਾ। ਤੇ ਜਦੋਂ ਸਿੱਖਾਂ ਨੇ ਬੈਠਿਆਂ ਨੇ ਸੁਣਿਆ ਨਾ, ਤੇ ਸਿੱਖ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਬੇਨਤੀ ਕਰਨ ਲੱਗੇ, ਕਹਿੰਦੇ ਮਹਾਰਾਜ ਚੰਗਾ ਹੋਇਆ ਗੁਰੂ ਨਾਨਕ ਸਾਹਿਬ ਜੀ ਇਸ ਚਰਚਾ 'ਚ ਜਿੱਤ ਗਏ, ਜੇ ਹਾਰ ਜਾਂਦੇ ਤੇ ਸਰੇਵੜੇ ਸਿਰ ਚੜ੍ਹ ਜਾਣੇ ਸੀਗੇ। ਇਹ ਕਿਹਾ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਇਸ ਸ਼ਬਦ ਵਿੱਚ ਸਿੱਖਿਆ ਦਿੰਦੇ ਆ, ਗੁਰਸਿੱਖੋ ਪੂਰੇ ਗੁਰੂ ਜੀ ਦੀ ਹਾਰ ਨਹੀਂ ਹੋ ਸਕਦੀ। ਜਿਹੜੇ ਪੂਰੇ ਗੁਰੂ ਜੀ ਦੇ ਸਿਧਾਂਤਾਂ ਤੇ ਚੱਲਦੇ ਆ ਨਾ, ਉਹਨਾਂ ਦੀ ਵੀ ਹਾਰ ਨਹੀਂ ਕਦੇ ਹੋ ਸਕਦੀ। ਵੇਖੋ ਅੱਜ ਦਿਹਾੜਾ ਵੀ ਉਹੋ ਜਿਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਵੀ ਐਸਾ ਆ ਰਿਹਾ ਹੈ ਕਿ ਜਿਹੜੇ ਰੱਬੀ ਅਸੂਲਾਂ ਤੇ ਆਪ ਦੀ ਜ਼ਿੰਦਗੀ ਜਿਉਂਦੇ ਆ, ਇਹ ਦੁਨਿਆਵੀ ਹਕੂਮਤਾਂ, ਦੁਨਿਆਵੀ ਤਾਕਤਾਂ ਉਹਨਾਂ ਨੂੰ ਹਰਾ ਨਹੀਂ ਸਕਦੀਆਂ। ਮਹਾਰਾਜ ਦੇ ਸਾਹਮਣੇ ਸਿੱਖਾਂ ਨੇ ਸ਼ੰਕਾ ਕੀਤੀ, ਜੇ ਹਾਰ ਜਾਂਦੇ ਤਾਂ ਫਿਰ ਸਰੇਵੜੇ ਸਿਰ ਚਾੜ ਜਾਣੇ ਸੀ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੁਣ ਕਰਕੇ ਸਿੱਖਾਂ ਨੂੰ ਉਪਦੇਸ਼ ਦਿੰਦੇ ਆ, ਅਗੇ ਪਾਲਾ ਕੇ ਕਰੇ। ਮਹਾਰਾਜ ਕਹਿੰਦੇ ਸਿੱਖੋ ਅੱਗ ਨੂੰ ਪਾਲਾ ਕੀ ਕਰ ਸਕਦਾ ਹੈ? ਕਿ ਅੱਗ ਵੀ ਕਹਿੰਦੀ ਹੈ ਮੈਨੂੰ ਪਾਲਾ ਲੱਗਦਾ ਹੈ। ਅੱਗ ਨੂੰ ਪਾਲਾ ਨਹੀਂ ਲੱਗਦਾ। ਸਤਿਗੁਰੂ ਜੀ ਪ੍ਰਮਾਣ ਦਿੱਤੇ ਆ, ਪਹਿਲੋਂ ਇਹ ਪ੍ਰਮਾਣ ਸਰਵਣ ਕਰਨੇ। ਮਹਾਰਾਜ ਕਹਿੰਦੇ ਨੇ ਭਾਈ ਅੱਗ ਨੂੰ ਪਾਲਾ ਜਿਹੜਾ ਸਿੱਖੋ ਕੀ ਕਰ ਸਕਦਾ ਏ? ਸੂਰਜ ਕੇ ਰਾਤ। ਤੇ ਦੱਸੋ ਜਿਹੜਾ ਸੂਰਜ ਵੈ ਉਹਨੂੰ ਰਾਤ ਕੀ ਕਰ ਸਕਦੀ ਹੈ? ਰਾਤ ਕੁਛ ਕਰ ਸਕਦੀ? ਸੂਰਜ ਨੂੰ ਮੈਂ ਤੈਨੂੰ ਨਹੀਂ ਚੜ੍ਹਨ ਦੇਣਾ, ਤੈਨੂੰ ਚਾਨਣ ਨਹੀਂ ਕਰਨ ਦੇਣਾ। ਮਹਾਰਾਜ ਕਹਿੰਦੇ ਭਾਈ ਰਾਤ ਜਿਹੜੀ ਆ ਉਹ ਸੂਰਜ ਨੂੰ ਕੁਝ ਨਹੀਂ ਕਰ ਸਕਦੀ ਆ। ਚੰਦ ਹਨੇਰਾ ਕੇ ਕਰੇ। ਫਿਰ ਰਾਤ ਦਾ ਹਨੇਰਾ ਜਿਹੜਾ ਉਹ ਚੰਦਰਮੇ ਨੂੰ ਕੀ ਕਰ ਸਕਦਾ ਹੈ? ਉਹਨੂੰ ਉਹਦੀ ਚਾਂਦਨੀ ਦੇ ਬਖੇਰਨ ਤੋਂ ਰੋਕ ਸਕਦਾ? ਮਹਾਰਾਜ ਕਹਿੰਦੇ ਨਹੀਂ ਰੋਕ ਸਕਦਾ ਭਾਈ। ਰਾਤ ਦਾ ਹਨੇਰਾ ਚੰਦਰਮੇ ਨੂੰ ਕੁਝ ਨਹੀਂ ਕਰ ਸਕਦਾ। ਪੌਣ ਪਾਣੀ ਕਿਆ ਜਾਤ। ਤੇ ਜਿਹੜੀ ਜਾਤ ਹੈ ਚਾਹੇ ਅਜਾਤ ਹੈ, ਉਹ ਪੌਣ ਤੇ ਪਾਣੀ ਦਾ ਕੀ ਵਿਗੜ ਸਕਦਾ ਉਹਦੇ ਨਾਲ?
ਜੇ ਕੋਈ ਨੀਵੀਂ ਜਾਤੀ ਵਾਲਾ ਹੈ ਤੇ ਉਹ ਪਾਣੀ ਸਾਧ ਸੰਗਤ ਜੀ ਸਭ ਨੇ ਹੀ ਵਰਤਣਾ ਹੁੰਦਾ ਹੈ। ਪਾਣੀ ਤਾਂ ਸਭ ਦਾ ਹੀ ਆਧਾਰ ਰੂਪ ਹੈ ਤੇ ਪੌਣ ਫਿਰ ਸਭ ਦੇ ਸਵਾਸ ਰੂਪ ਹੈ। ਨੀਵੀਂ ਜਾਤ ਪਾਉਣ ਦਾ ਕੀ ਵਿਗਾੜ ਸਕਦੀ ਹੈ, ਪਾਣੀ ਦਾ ਕੀ ਵਿਗਾੜ ਸਕਦੀ ਹੈ। ਮਹਾਰਾਜ ਕਹਿੰਦੇ ਭਾਈ ਜਿਹੜਾ ਕੋਈ ਜਾਤ ਚਾਹੇ ਅਜਾਤ ਪੌਣ ਪਾਣੀ ਪਵਿੱਤਰ ਹਨ। ਇਉਂ ਮਹਾਰਾਜ ਕਹਿੰਦੇ ਭਾਈ ਜਾਤੀ ਜਾਂ ਅਜਾਤੀ ਜਿਹੜੀ ਹੈ ਨੀਵੀਂ ਜਾਤ ਪੌਣ ਤੇ ਪਾਣੀ ਦਾ ਕੁਝ ਨਹੀਂ ਵਿਗਾੜ ਸਕਦੇ। ਧਰਤੇ ਚੀਜੇ ਕੇ ਕਰੇ, ਜਿਹੜੀ ਧਰਤੀ ਆ ਉਹਨੂੰ ਚੀਜੀ ਵਸਤੂ ਜਿਹੜੀ ਆ ਕੋਈ ਕੀ ਅਰਪਣ ਕਰ ਸਕਦਾ, ਕੋਈ ਪਦਾਰਥ। ਜਿਸ ਵਿੱਚ ਸਭ ਕੁਛ ਹੋਏ, ਜਿਸ ਧਰਤੀ ਦੇ ਵਿੱਚੋਂ ਸਭ ਕੁਝ ਹੀ ਪੈਦਾ ਹੋ ਰਿਹਾ ਹੈ, ਧਰਤੀ ਨੂੰ ਕੋਈ ਕੀ ਅਰਪਣ ਕਰ ਸਕਦਾ ਹੈ? ਧਰਤੀ ਨੂੰ ਕੋਈ ਕੁਝ ਅਰਪਣ ਨਹੀਂ ਕਰ ਸਕਦਾ, ਸਗੋਂ ਧਰਤੀ ਕੋਲੋਂ ਸਾਰੇ ਲੈਂਦੇ ਹੀ ਹੈ। ਮਹਾਰਾਜ ਕਹਿੰਦੇ ਭਾਈ ਜਿਸ ਦੇ ਧਰਤੀ ਦੇ ਅੰਦਰ ਤਾਂ ਸਭ ਕੁਝ ਹੀ ਉਪਜ ਰਿਹਾ, ਪੈਦਾ ਹੋ ਰਿਹਾ ਏ। ਨਾਨਕ ਤਾਂ ਪਤ ਜਾਣੀਐ, ਗੁਰੂ ਅੰਗਦ ਸਾਹਿਬ ਜੀ ਕਹਿੰਦੇ ਸਿੱਖੋ ਪਤ ਤਾਂ ਇੱਜ਼ਤ ਤਾਂ ਜਾਣੀ ਜਾਂਦੀ ਆ ਜਾਂ ਪਤ ਰੱਖਾ ਸੋਏ। ਜਦੋਂ ਆਪ ਹੀ ਨਿਰੰਕਾਰ ਇੱਜ਼ਤ ਰੱਖਦਾ ਨਾ, ਪਤ ਰੱਖਦਾ ਹੈ, ਮਹਾਰਾਜ ਕਹਿੰਦੇ ਉਦੋਂ ਇੱਜ਼ਤ ਬਣ ਆਉਂਦੀ ਹੈ। ਤੇ ਬ੍ਰਹਮ ਸਰੂਪ ਆਪ ਗੁਰੂ ਨਾਨਕ ਸਾਹਿਬ ਨੇ ਜਿਹੜੇ ਸਭ ਦੀ ਇੱਜ਼ਤ ਪਰਦਾ ਢੱਕਣ ਵਾਲੇ ਹੈ। ਗੁਰੂ ਸਾਹਿਬ ਜੀ ਨੂੰ ਕੌਣ ਹਰਾ ਸਕਦਾ ਹੈ? ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤਰੀਵ ਜੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਉਹ ਸਮਝਣਾ ਇਹ ਦਾ ਦ੍ਰਿਸ਼ਟਾਂਤ। ਅੱਗੇ ਪਾਲਾ ਕੇ ਕਰੇ, ਮਹਾਰਾਜ ਕਹਿੰਦੇ ਸਿੱਖੋ ਗੁਰੂ ਨਾਨਕ ਸਾਹਿਬ ਦੇ ਅੰਦਰ ਤਾਂ ਬ੍ਰਹਮ ਵਿਦਿਆ ਦੀ ਅਗਨੀ ਪ੍ਰਚੰਡ ਹੈ। ਗੁਰੂ ਨਾਨਕ ਸਾਹਿਬ ਜੀ ਦੀ ਉਹ ਸਾਧ ਸੰਗਤ ਜੀ ਬ੍ਰਹਮ ਵਿਦਿਆ ਦੀ ਅਗਨੀ ਹੈ ਅੰਦਰ, ਜਿਸ ਦੇ ਵਿੱਚ ਸਾਰੀ ਦੁਨੀਆ ਦੇ ਪਾਪ ਸਾੜ ਕੇ ਭਸਮ ਕਰ ਦਿੱਤੇ ਗੁਰੂ ਨਾਨਕ ਸਾਹਿਬ ਜੀ ਨੇ। ਜਿਸ ਅਗਨੀ ਦੇ ਅੱਗੇ ਸਾਧ ਸੰਗਤ ਜੀ ਕਿਸੇ ਜਾਦੂ ਟੂਣੇ ਦਾ ਜ਼ੋਰ ਨਹੀਂ ਚੱਲਿਆ, ਨੂਰ ਸ਼ਾਹ ਵਰਗੀਆਂ ਦਾ ਕੋਈ ਦੇਵਲੂਤ ਰਾਖਸ਼ਾਂ ਦੀ ਤਾਕਤ ਨਹੀਂ ਚੱਲੀ। ਐਸੀ ਅਗਨੀ ਪ੍ਰਚੰਡ ਹੈ ਸੱਚੇ ਪਾਤਸ਼ਾਹ ਦੇ ਅੰਦਰ। ਕਾਂਸ਼ੀ ਦੇ ਪੰਡਤਾਂ ਨੇ ਨਹੀਂ ਜ਼ੋਰ ਚੱਲਿਆ, ਵੱਡੇ ਵੱਡੇ ਵਿਦਵਾਨਾਂ ਦਾ ਕੋਈ ਜ਼ੋਰ ਨਹੀਂ ਚੱਲਿਆ। ਸਤਿਗੁਰਾਂ ਜੀ ਦੇ ਅੰਦਰ ਇਹੋ ਜਿਹੀ ਬ੍ਰਹਮ ਵਿਦਿਆ ਦੀ ਅਗਨੀ ਪ੍ਰਚੰਡ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਜੜਤਾ ਰੂਪੀ ਪਾਲਾ ਹੈ ਜਾਂ ਪਾਪਾਂ ਰੂਪੀ ਜਿਹੜਾ ਪਾਲਾ ਹੈ ਉਹ ਗੁਰੂ ਨਾਨਕ ਸਾਹਿਬ ਦਾ ਭਾਈ ਕੀ ਵਿਗਾੜ ਸਕਦਾ, ਜਿਨ੍ਹਾਂ ਦੇ ਅੰਦਰ ਬ੍ਰਹਮ ਵਿਦਿਆ ਦੀ ਅਗਨੀ ਬਲ ਰਹੀ ਆ। ਸੂਰਜ ਕੇ ਰਾਤ, ਤੇ ਸੂਰਜ ਦੀ ਤਰ੍ਹਾਂ ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰ ਬ੍ਰਹਮ ਸਰੂਪ ਦਾ ਗਿਆਨ ਪ੍ਰਚੰਡ ਹੈ, ਕਿਉਂਕਿ ਆਪ ਸਤਿਗੁਰੂ ਜੀ ਬ੍ਰਹਮ ਸਰੂਪ ਹਨ। ਪਹਿਲਾਂ ਬ੍ਰਹਮ ਵਿਦਿਆ ਤੋਂ ਫਿਰ ਬ੍ਰਹਮ ਸਰੂਪ ਦਾ, ਕਿਉਂਕਿ ਸਤਿਗੁਰੂ ਜੀ ਆਪ ਬ੍ਰਹਮ ਸਰੂਪ ਹਨ, ਆਪ ਸੂਰਜ ਦੀ ਨਿਆਈ ਹੈ ਸੱਚੇ ਪਾਤਸ਼ਾਹ ਜੀ। ਤੇ ਜਿਵੇਂ ਸੂਰਜ ਨੂੰ ਰਾਤ ਕੀ ਕਰ ਸਕਦੀ ਹੈ, ਇਵੇਂ ਅਵਿਦਿਆ ਰੂਪੀ ਰਾਤ ਜਿਹੜੀ ਆ ਉਹ ਗੁਰੂ ਨਾਨਕ ਸਾਹਿਬ ਰੂਪੀ ਸੂਰਜ ਨੂੰ ਕੀ ਕਰ ਸਕਦੀ ਹੈ। ਉਹ ਤਾਂ ਭਾਈ ਸਾਹਿਬ ਨੇ ਆਖਿਆ ਹੀ ਹੈ ਕਿ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਫਿਰ ਤਾਂ ਗੁਰੂ ਨਾਨਕ ਸਾਹਿਬ ਸੂਰਜਵਤ ਜਦੋਂ ਪ੍ਰਕਾਸ਼ ਕੀਤਾ ਹੈ, ਇਸ ਸੰਸਾਰ ਦੇ ਅੰਦਰ ਪਾਪਾਂ ਦੀ ਅਵਿਦਿਆ ਦੀ ਰਾਤ ਹੀ ਮਹਾਰਾਜ ਨਾਸ਼ ਕਰ ਦਿੱਤੀ। ਪਖੰਡੀ ਜਿਹੜੇ ਤਾਰਿਆਂ ਦੀ ਨਿਆਈ ਛੜੇਵੜਿਆਂ ਵਰਗੇ ਟਿਮਟਮਾ ਰਹੇ ਸੀ, ਸਭ ਅਲੋਪ ਹੋ ਗਏ। ਇਹੋ ਜਿਹੇ ਹਨ ਸਤਿਗੁਰੂ ਗੁਰੂ ਨਾਨਕ ਸਾਹਿਬ। ਮਹਾਰਾਜ ਨੂੰ ਕੌਣ ਹਰਾ ਸਕਦਾ ਹੈ? ਗੁਰੂ ਨਾਨਕ ਸਾਹਿਬ ਤਾਂ ਦਿਗਵਜਈ ਹੋਏ ਆ। ਭਾਈ ਗੁਰਦਾਸ ਜੀ ਨੇ ਕਿਹਾ ਕਿ ਗੜ ਬਗਦਾਦ ਨਵਾਏ ਕੈ ਮੱਕਾ ਮਦੀਨਾ ਆਣ ਨਵਾਇਆ। ਅੱਜ ਵੀ ਕੋਈ ਨਵਾ ਕੇ ਵੇਖੇ ਭਲਾ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਵਾਇਆ। ਅੱਜ ਵੀ ਮੱਕੇ ਦੇ ਛੱਜੇ ਉਧਰ ਨੂੰ ਹੀ ਝੁਕੇ ਹੋਏ ਜਿੱਧਰ ਗੁਰੂ ਪਾਤਸ਼ਾਹ ਜੀ ਮਹਾਰਾਜ ਚਰਨ ਕੀਤੇ ਸੀ। ਅੱਜ ਵੀ ਸਜਦੇ ਕਰ ਰਿਹਾ ਮੱਕਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਤੇ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਅਵਿਦਿਆ ਰੂਪੀ ਰਾਤ ਬ੍ਰਹਮ ਸਰੂਪ ਗੁਰੂ ਨਾਨਕ ਸਾਹਿਬ ਜੀ ਜੋ ਸੂਰਜਵਤ ਹਨ, ਉਹਨਾਂ ਦਾ ਕੀ ਵਿਗਾੜ ਸਕਦੀ ਆ। ਚੰਦ ਹਨੇਰਾ ਕੇ ਕਰੇ, ਫਿਰ ਚੰਦਰਮਾ ਦੀ ਤਰ੍ਹਾਂ ਇਹ ਚੰਦਰਮਾ ਸਾਧ ਸੰਗਤ ਜੀ ਠੰਡਾ ਮੰਨਿਆ ਨਾ, ਇੱਕ ਇੱਕ ਪ੍ਰਮਾਣ ਲੈਣਾ। ਸਤਿਗੁਰੂ ਜੀ ਨੇ ਸੜਦੇ ਬਲਦੇ ਸੰਸਾਰ ਨੂੰ ਠੰਡ ਪਹੁੰਚਾਈ ਹੈ ਗਰੀਬ ਨਵਾਜ ਨੇ। ਫਿਰ ਚੰਦਰਮਾ ਦੇ ਅੰਦਰੋਂ ਸਾਧ ਸੰਗਤ ਜੀ ਅੰਮ੍ਰਿਤ ਰਸ ਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸ਼੍ਰੀ ਮੁਖ ਤੋਂ ਗੁਰਬਾਣੀ ਰੂਪੀ ਅੰਮ੍ਰਿਤ ਰਸ ਦਾ ਸੱਚੇ ਪਾਤਸ਼ਾਹ ਜੀ ਦੇ। ਤੇ ਫਿਰ ਚੰਦਰਮਾ ਦੇ ਅੰਦਰੋਂ ਚਾਂਦਨੀ ਪ੍ਰਕਾਸ਼ ਦੀ ਹੈ। ਮਹਾਰਾਜ ਦੇ ਵਿੱਚੋਂ ਭਗਤੀ ਰੂਪੀ ਚਾਂਦਨੀ ਪ੍ਰਕਾਸ਼ ਦੀ ਹੈ ਗੁਰੂ ਨਾਨਕ ਸਾਹਿਬ ਰੂਪੀ ਚੰਦਰਮਾ ਦੇ ਅੰਦਰੋਂ। ਤੇ ਫਿਰ ਸਾਧ ਸੰਗਤ ਜੀ ਉਹਦੀਆਂ ਵਿਵੇਕ ਤੇ ਬੈਰਾਗ ਰੂਪੀ ਕਿਰਨਾਂ ਹਨ ਗੁਰੂ ਨਾਨਕ ਸਾਹਿਬ ਰੂਪੀ ਚੰਦਰਮਾ ਦੀਆਂ। ਇਹ ਵੇਖੋ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੱਸ ਰਹੇ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਭਾਈ ਇਉਂ ਠੰਡ ਪਹੁੰਚਾਉਣ ਵਾਲੇ ਆ ਬਲਦੇ ਹੋਏ ਸੰਸਾਰ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਤੇ ਜਿਹੜਾ ਸਾਧ ਸੰਗਤ ਜੀ ਇਸ ਪ੍ਰਕਾਰ ਜੜਤਾ ਰੂਪੀ ਪਾਲਾ ਹੈ, ਜਾਂ ਜਿਹੜੇ ਇਹ ਘੱਟ ਗਿਆਨ ਵਾਲੇ ਸਰੇਵੜੇ ਹੈ,
ਇਹ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਕੀ ਵਿਗਾੜ ਸਕਦੇ ਆ, ਕੀ ਹਜ਼ੂਰ ਨੂੰ ਜਿੱਤ ਸਕਦੇ ਆ। ਉਹ ਨਾਨੂ ਪੰਡਤ ਨੇ ਪੜ੍ਹ ਲਿਆ ਸੀ ਤੇ ਉਹਨੇ ਸੋਚਿਆ ਕਿ ਕੱਕਾ ਹੀ ਘੱਟ ਹੈ ਤੇ ਲਾਪ ਲਾ ਲਿਆ ਸੀ ਨਾਲ ਉਹਨੇ ਕਿ ਮੈਂ ਹੀ ਨਾਨਕ ਵਾਂ। ਜਦੋਂ ਸਤਿਗੁਰੂ ਜੀ ਆਪ ਪਹੁੰਚੇ ਫਿਰ ਕਾਂਸ਼ੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਤੇ ਨਾਨੂ ਪੰਡਤ ਨਾਲ ਜਦੋਂ ਹੋਈ ਚਰਚਾ ਤੇ ਆਪਦੇ ਜੰਝੂ ਵੀ ਲਾ ਕੇ ਮਹਾਰਾਜ ਦੇ ਚਰਨਾਂ 'ਚ ਰੱਖਤੇ ਸੀ। ਸਤਿਗੁਰਾਂ ਕੋਲੋਂ ਸਿੱਖੀ ਲਈ ਸੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇਹੋ ਜਿਹੇ ਜੜ ਪ੍ਰਾਣੀ ਜਿਹੜੇ ਹੈ ਉਹ ਹਨੇਰੇ ਦੀ ਨਿਆਈ ਜਿਨ੍ਹਾਂ ਦੇ ਆਪ ਹੀ ਅੰਦਰ ਅੰਧਕਾਰ ਛਾਇਆ ਪਿਆ, ਉਹ ਕੀ ਕਰ ਸਕਦੇ ਆ। ਜਿਹੜੇ ਗੁਰੂ ਸਾਹਿਬ ਜੀ ਚੰਦਰਮਾ ਦੀ ਤਰ੍ਹਾਂ ਭਗਤੀ ਦੀ ਚਾਂਦਨੀ ਬਖੇਰ ਰਹੇ ਹੈ ਤੇ ਸਿੱਖਾਂ ਦੇ ਬਲਦੇ ਹਿਰਦਿਆਂ ਨੂੰ ਠੰਡ ਪਹੁੰਚਾ ਰਹੇ ਹੈ ਤੇ ਗਿਆਨ ਤੇ ਬੈਰਾਗ ਦੀਆਂ ਕਿਰਨਾਂ ਜਿਨ੍ਹਾਂ ਵਿੱਚੋਂ ਪ੍ਰਕਾਸ਼ ਰਹੀਆਂ ਹਨ। ਪੌਣ ਪਾਣੇ ਕਿਆ ਜਾਤ। ਤੇ ਫਿਰ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਪਾਣੀ ਦੀ ਤਰ੍ਹਾਂ ਉਜਲ ਹਨ, ਪੌਣ ਦੀ ਤਰ੍ਹਾਂ ਨਿਰਲੇਪ ਹਨ। ਕਦੇ ਗੰਦਗੀ ਹਵਾ ਨੂੰ ਵੀ ਸਾਧ ਸੰਗਤ ਜੀ ਜਿਹੜੀ ਆ ਉਹ ਲੱਗਦੀ ਹੈ। ਹਵਾ ਗੰਦਗੀ ਖੁਸ਼ਬੂ ਤੋਂ ਨਿਰਲੇਪ ਹੈ। ਪਾਣੀ ਆਪਣੇ ਆਪ ਵਿੱਚ ਉਜਲ ਵੈ ਤੇ ਜਿਵੇਂ ਨੀਵੀਂ ਜਾਤ ਪਾਣੀ ਦਾ ਤੇ ਹਵਾ ਦਾ ਕੁਝ ਨਹੀਂ ਵਿਗਾੜ ਸਕਦੀ ਨਾ, ਇਵੇਂ ਮਹਾਰਾਜ ਕਹਿੰਦੇ ਆ ਕਿ ਭਾਵੇਂ ਕੋਈ ਭਾਈ ਜਿਹੜਾ ਹੈ ਦੁਰਬੁੱਧੀ ਹੋਵੇ ਤੇ ਭਾਵੇਂ ਕੋਈ ਆਤਮ ਵਿਸ਼ੈਣੀ ਬੁੱਧੀ ਵਾਲਾ ਹੋਵੇ, ਭਾਵੇਂ ਕੋਈ ਹੰਕਾਰ ਵਾਲੀ ਬੁੱਧੀ ਵਾਲਾ ਹੋਵੇ ਤੇ ਭਾਵੇਂ ਕੋਈ ਗਿਆਨ ਵਾਲੀ ਬੁੱਧੀ ਵਾਲਾ ਹੋਵੇ, ਗੁਰੂ ਨਾਨਕ ਸਾਹਿਬ ਜੀ ਪੌਣ ਦੀ ਤਰ੍ਹਾਂ ਨਿਰਲੇਪ ਹਨ। ਸਤਿਗੁਰੂ ਜੀ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਮਹਾਰਾਜ ਗੁਰੂ ਨਾਨਕ ਸਾਹਿਬ ਪਾਣੀ ਦੀ ਤਰ੍ਹਾਂ ਸਵੱਛ ਹਨ, ਉਜਲ ਹਨ। ਗੁਰੂ ਸਾਹਿਬ ਨੂੰ ਮੈਲ ਨਹੀਂ ਲੱਗ ਸਕਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਭਾਵੇਂ ਕੋਈ ਭਾਈ ਬੜਾ ਸਿਆਣਾ ਹੈ, ਬੜੀ ਹੀ ਬੁੱਧੀ ਵਾਲਾ, ਉੱਚੀ ਜਾਤ ਤੋਂ ਲੈਣਾ, ਤੇ ਬੜਾ ਹੀ ਭਾਵੇਂ ਕੋਈ ਸਾਧ ਸੰਗਤ ਜੀ ਹੰਕਾਰ 'ਚ ਮਾਰਿਆ ਹੋਇਆ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਕੁਝ ਨਹੀਂ ਵਿਗਾੜ ਸਕਦਾ। ਜਿਵੇਂ ਲਾਹੌਰ ਦਾ ਉਹ ਸਾਧ ਸੰਗਤ ਜੀ ਚੜ੍ਹਿਆ ਸੀ ਨਾ ਹਾਕਮ ਮਹਾਰਾਜ ਵੱਲ ਨੂੰ, ਜਦੋਂ ਚੜ੍ਹਨ ਲੱਗਾ ਘੋੜੇ ਤੇ ਚੜ੍ਹਦੇ ਡਿੱਗ ਪਿਆ, ਪੱਗ ਉੱਡ ਗਈ ਡਿੱਗ ਕੇ। ਅਪਸ਼ਗਨ ਹੋਇਆ, ਉਹਨੂੰ ਪਤਾ ਲੱਗ ਗਿਆ। ਬੁਰੀ ਭਾਵਨਾ ਨਾਲ ਸਤਿਗੁਰਾਂ ਵੱਲ ਕੋਈ ਆਵੇ ਤੇ ਪਹੁੰਚ ਨਹੀਂ ਸੀ ਹੁੰਦੀ। ਦੇਵਲੂਤ ਰਾਖਸ਼ ਜਦੋਂ ਮਹਾਰਾਜ ਨੂੰ ਮਾਰਨ ਲਈ ਆਉਂਦਾ ਸੀ ਦਿਸਦੇ ਨਹੀਂ ਸੀ ਮਹਾਰਾਜ। ਜਦੋਂ ਸ਼ਰਨ ਪੈਣ ਦੇ ਮਨ ਬਣਾ ਕੇ ਆਇਆ ਫਿਰ ਹਜ਼ੂਰ ਦਾ ਦਰਸ਼ਨ ਹੋਇਆ ਸੀ। ਤੇ ਜੇ ਕੋਈ ਬਹੁਤ ਜ਼ਿਆਦਾ ਬੁੱਧੀਵਾਨ, ਬੜਾ ਜ਼ਿਆਦਾ ਸਿਆਣਾ, ਉਹ ਵੀ ਸਤਿਗੁਰਾਂ ਨੂੰ ਭਾਈ ਕੀ ਜਿੱਤ ਸਕਦਾ ਹੈ। ਜੇ ਕੋਈ ਆਪਦੇ ਸਰੀਰ ਦੇ ਜ਼ੋਰ ਨਾਲ ਹੈ ਤੇ ਹਬਸ਼ੀਆਂ ਨੇ ਮਹਾਰਾਜ ਨੂੰ ਅੱਗ 'ਚ ਹੀ ਸਾੜਨਾ ਚਾਹਿਆ ਸੀ, ਕੀ ਸਾੜ ਲਿਆ ਸੀ। ਮਹਾਰਾਜ ਨੂੰ ਕੋਈ ਕੁਝ ਨਹੀਂ ਕਰ ਸਕਦਾ। ਸਤਿਗੁਰੂ ਜੀ ਤਾਂ ਪੌਣ ਦੀ ਤਰ੍ਹਾਂ ਹਨ, ਨਿਰਲੇਪ ਨੇ, ਪਾਣੀ ਦੀ ਤਰ੍ਹਾਂ ਉਜਲ ਹਨ। ਧਰਤੇ ਚੀਜੇ ਕੇ ਕਰੇ ਕੁਝ ਹੈ ਕਿਉਂਕਿ ਮਹਾਰਾਜ ਨਿਰਗੁਣ ਸਰੂਪ ਵੀ ਆਪ ਹੈ ਤੇ ਸਰਗੁਣ ਸਰੂਪ ਵੀ ਆਪ ਹੈ। ਤੇ ਫਿਰ ਮਹਾਰਾਜ ਤੋਂ ਹੀ ਸਾਧ ਸੰਗਤ ਜੀ ਮਾਇਆ ਸਬਲ ਈਸ਼ ਹੈ, ਮਹਾਰਾਜ ਤੋਂ ਹੀ ਅਲਪੱਗ ਜੀਵ ਹੈ। ਦੱਸੋ ਮਹਾਰਾਜ ਨੂੰ ਕੋਈ ਕੀ ਅਰਪਣ ਕਰ ਸਕਦਾ ਹੈ ਜੋ ਇਹ ਸਰੂਪ ਨੇ ਕਿ ਨਿਰਗੁਣ ਆਪ, ਸਰਗੁਣ ਭਿਓ ਹੀ, ਕਲਾ ਧਾਰ ਜਿਨ ਸਗਲੀ ਮੋਹੀ। ਐਸੇ ਸਤਿਗੁਰਾਂ ਨੂੰ ਕੋਈ ਕੀ ਅਰਪਣ ਕਰ ਸਕਦਾ ਹੈ। ਸਾਧ ਸੰਗਤ ਜੀ ਕੁਝ ਨਹੀਂ ਅਰਪਣ ਕੀਤਾ ਜਾ ਸਕਦਾ। ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ ਜਾ ਸਕਦੀ ਹੈ, ਮਹਾਰਾਜ ਮੇਰਾ ਸਿਰ ਭੇਟਾ ਵਜੋਂ ਮਨਜ਼ੂਰ ਕਰ ਲਓ, ਇਹ ਵੀ ਤੁਹਾਡਾ ਹੀ ਦਿੱਤਾ ਹੈ, ਭਾਵੇਂ ਮਹਾਰਾਜ ਇਹਦੇ ਤੇ ਵੀ ਮੇਰੀ ਮਿਹਰ ਨਾ ਰਹੇ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਨੂੰ ਕੀ ਕੋਈ ਅਰਪਣ ਕਰ ਸਕਦਾ ਹੈ। ਸਤਿਗੁਰੂ ਤਾਂ ਆਪ ਨਿਰਗੁਣ ਸਰਗੁਣ ਬ੍ਰਹਮ ਰੂਪ ਹਨ। ਨਾਨਕ ਤਾਂ ਪਤ ਜਾਣੀਐ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਭਾਈ ਪਤ ਇੱਜ਼ਤ ਜਿਹੜੀ ਹੈ ਨਾ ਲੋਕ ਪਰਲੋਕ ਵਿੱਚ ਤਾਂ ਜਾਣੀ ਜਾਂਦੀ ਹੈ ਜਾਂ ਪਤ ਰੱਖਾ ਸੋਏ। ਜਾਂ ਆਪ ਹੀ ਮੇਰਾ ਵਾਹਿਗੁਰੂ ਪਤ ਰੱਖਦਾ ਹੈ। ਵਾਹਿਗੁਰੂ ਸਰੂਪ ਗੁਰੂ ਨਾਨਕ ਸਾਹਿਬ ਜੀ ਜਿਹਦੀ ਪਤ ਰੱਖਦੇ ਆ, ਇੱਜ਼ਤ ਰੱਖਦੇ ਆ, ਉਹਦੀ ਹੀ ਲੋਕ ਪਰਲੋਕ ਵਿੱਚ ਪੱਜ ਇੱਜ਼ਤ ਜਿਹੜੀ ਉਹ ਬਣ ਆਉਂਦੀ ਹੈ। ਤੋ ਸਾਧ ਸੰਗਤ ਜੀ ਪੌੜੀ ਸੰਪੂਰਨ ਕਰ ਲਈਏ, ਫਿਰ ਸ਼ਬਦ ਦੀ ਮਰਿਆਦਾ ਪੂਰੀ ਹੋ ਜਾਏਗੀ, ਸ਼ਬਦ ਸੰਪੂਰਨ ਹੋ ਜਾਏਗਾ। ਸਤਿਗੁਰੂ ਜੀ ਕਿਰਪਾ ਕਰਨ, ਸੁਣੋ ਆਪ, ਥੋੜਾ ਹੀ ਸਮਾਂ ਲੱਗੇਗਾ, 5-7 ਮਿੰਟ। ਪੌੜੇ ਤੁਧ ਸੱਚੇ ਸੁਭਾਨ। ਪੌੜੀ ਦੁਆਰਾ ਇਹ ਪੌੜੀ ਹੋਏ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹੈ। ਸਤਿਗੁਰੂ ਜੀ ਕਹਿੰਦੇ ਨੇ, ਹੇ ਵਾਹਿਗੁਰੂ ਤੁਧ ਤੇਰੇ ਤਾਈਂ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਸਿਫਤ ਕਰਦੇ ਹਾਂ ਸੱਚਾ ਜਾਣ ਕਰਕੇ। ਤੂੰ ਸਦਾ ਰਹਿਣ ਵਾਲਾ ਹੈ ਤੇ ਸੁਭਾਨ ਅਸਚਰਜ ਹੈ, ਵਿਸਮਾਦ ਹੈ ਤੂੰ। ਤੇਰੀ ਇਹੋ ਜਿਹੀ ਲੀਲਾ ਹੈ ਕਿ ਜਿਹਨੂੰ ਤੂੰ ਜਣਾਵੇਂ ਉਹੋ ਹੀ ਜਾਣ ਸਕਦਾ ਹੈ। ਤੇਰੀ ਅਸਚਰਜਤਾਈ ਨੂੰ ਜਿਹਨੂੰ ਮਹਾਰਾਜ ਤੁਸੀਂ ਆਪ ਨਿਰੰਕਾਰ ਵਾਹਿਗੁਰੂ ਜਣਾਉਂਦੇ ਹੋ ਉਹੋ ਹੀ ਜਾਣ ਸਕਦਾ ਹੈ। ਸਦਾ ਰਹਿਣ ਵਾਲੇ ਹੋ, ਅਸਚਰਜ ਸਰੂਪ ਹੋ। ਸਦਾ ਕਲਾਣਿਆ। ਅਸੀਂ ਤਾਂ ਇਹ ਜਾਣ ਕਰਕੇ ਸਦਾ ਕਲਾਣਿਆ, ਕਲਾਣਿਆ ਹੁੰਦਾ ਜਸ, ਵਾਹਿਗੁਰੂ ਜੀ ਆਪ ਦਾ ਜਸ ਅਸੀਂ ਇਹ ਜਾਣ ਕਰਕੇ ਕੀਤਾ ਹੈ ਕਿ ਤੁਧ ਤੂੰ ਸਦਾ ਹੈ
ਤੇ ਸੁਭਾਨ ਅਚਰਜ ਹੈ। ਤੂੰ ਸੱਚਾ ਦੀਵਾਨ, ਮਹਾਰਾਜ ਤੂੰ ਸੱਚਾ ਹੈ ਸਦਾ ਰਹਿਣ ਵਾਲਾ। ਦੀਵਾਨ ਤੇਰਾ ਆਸਰਾ ਵੀ ਜਿਹੜਾ ਹੈ ਨਾ ਸਦਾ ਹੀ ਸੱਚਾ ਏ। ਹੋਰ ਆਵਣ ਜਾਣਿਆ, ਹੋਰ ਸਾਰੇ ਆਉਣ ਤੇ ਜਾਣ ਵਾਲੇ ਐ। ਜਿਹੜੇ ਆਉਣ ਜਾਣ ਵਾਲੇ ਆ ਜੇ ਉਹਨਾਂ ਦਾ ਦੀਵਾਨ ਆਸਰਾ ਲਓਗੇ ਤੇ ਫਿਰ ਤਾਂ ਡਿੱਗ ਹੀ ਜਾਣਾ ਨਾ। ਜਿਹਦਾ ਆਸਰਾ ਹੀ ਨਾ ਰਿਹਾ, ਲੱਤਾਂ ਦੇ ਆਸਰੇ ਮਨੁੱਖ ਖਲੋਂਦਾ ਹੈ ਤੇ ਜਿਹਦੀਆਂ ਲੱਤਾਂ ਨਹੀਂ ਹੁੰਦੀਆਂ ਉਹਨੂੰ ਪੁੱਛੋ ਖਲੋਤਾ ਜਾਂਦਾ? ਨਹੀਂ ਖਲੋਤਾ ਜਾਂਦਾ। ਸਾਧ ਸੰਗਤ ਜੀ ਹੋਰ ਸਾਰੇ ਆਉਣ ਜਾਣ ਵਾਲੀਆਂ ਚੀਜ਼ਾਂ ਨੇ। ਜਿਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਿਰੰਕਾਰ ਦਾ ਆਸਰਾ ਲੈ ਲਿਆ ਨਾ, ਉਹ ਨਹੀਂ ਫਿਰ ਸਾਧ ਸੰਗਤ ਜੀ ਡਿੱਗਦੇ, ਕਿਉਂਕਿ ਉਹ ਤਾਂ ਤੂੰ ਸਦਾ ਸਲਾਮਤ ਨਿਰੰਕਾਰ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹਦਾ ਆਸਰਾ ਲਈਏ। ਤੂੰ ਹੈ ਸਭ ਦਾ ਆਸਰਾ ਵਾਹਿਗੁਰੂ। ਜਿਨ ਜਿਨ ਤੇਰਾ ਆਸਰਾ ਲਿਆ ਏ ਉਹ ਅਮਰ ਤੇ ਅਟਲ ਹਨ, ਹੋਰ ਸਾਰੇ ਆਉਣ ਜਾਣ ਵਾਲੇ ਆ। ਸੱਚ ਜੇ ਮੰਗਹਿ ਦਾਨ, ਜਿਹੜੇ ਮਹਾਰਾਜ ਸੱਚੇ ਨਾਮ ਦਾ ਦਾਨ ਆਪ ਜੀ ਤੋਂ ਮੰਗਦੇ ਆ, ਸੇ ਤੁਧਾ ਜਿਹਾ, ਉਹ ਵਾਹਿਗੁਰੂ ਤੇਰੇ ਵਰਗੇ ਹੀ ਬਣ ਜਾਂਦੇ ਆ। ਵੇਖ ਲੋ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਕੀ ਕਹਿੰਦੀ, ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਜੀ ਆਪ ਦੇ ਕੋਲੋਂ ਸੱਚੇ ਨਾਮ ਦਾ ਦਾਨ ਮੰਗਦੇ ਆ ਨਾ, ਭੀਖ ਮੰਗਦੇ, ਮਹਾਰਾਜ ਮੇਰੀ ਝੋਲੀ ਨਾਮ ਦਾ ਦਾਨ ਪਾਓ, ਤੇ ਜਿਹਨੂੰ ਤੁਸੀਂ ਨਾਮ ਦਾ ਸੱਚੇ ਨਾਮ ਦਾ ਦਾਨ ਦੇ ਦਿੰਦੇ ਹੋ ਵਾਹਿਗੁਰੂ ਜੀ ਉਹਨੂੰ ਆਪਣੇ ਵਰਗਾ ਹੀ ਬਣਾ ਲੈਂਦੇ ਹੋ। ਤੇ ਹੁਣ ਵਾਹਿਗੁਰੂ ਨੂੰ ਕੋਈ ਜਿੱਤ ਸਕਦਾ? ਨਹੀਂ ਜਿੱਤ ਸਕਦਾ। ਸਾਧ ਸੰਗਤ ਜੀ ਉਹ ਰੱਬ ਦੇ ਪਿਆਰੇ ਫਿਰ ਵਾਹਿਗੁਰੂ ਵਰਗੇ ਹੀ ਬਣ ਜਾਂਦੇ ਆ। ਮਹਾਰਾਜ ਕਹਿੰਦੇ ਆ ਉਹ ਤੇਰੇ ਜਿਹੇ ਹੀ ਤੇਰੇ ਵਰਗੇ ਹੀ ਵਾਹਿਗੁਰੂ ਬਣ ਜਾਂਦੇ ਆ ਵਿਸ਼ਾਲ। ਸੱਚ ਤੇਰਾ ਫਰਮਾਨ, ਤੇਰਾ ਜਿਹੜਾ ਫਰਮਾਨ ਹੁਕਮ ਹੈ ਮਹਾਰਾਜ ਹੈ ਵਾਹਿਗੁਰੂ ਸਦਾ ਹੀ ਸੱਚਾ ਹੈ, ਸਦਾ ਰਹਿਣ ਵਾਲਾ ਏ। ਸ਼ਬਦ ਸੋਹਿਆ, ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ ਨਾ ਉਹਨਾਂ ਦੇ ਅੰਦਰ ਸੋਹਿਆ ਫੱਬ ਆਇਆ ਹੈ। ਜਿਨ੍ਹਾਂ ਨੇ ਸ਼ਬਦ ਦੁਆਰਾ ਜਾਣਿਆ ਨਾ ਆਪ ਦਾ ਹੁਕਮ ਕਿ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਉਹ ਸੋਭੇ ਨੇ ਸੰਸਾਰ ਦੇ ਅੰਦਰ ਤੇ ਪਰਲੋਕ ਦੇ ਅੰਦਰ ਵੀ ਸੋਭਾ ਪਾਉਂਦੇ ਆ ਸ਼ਬਦ ਦੀ ਕਮਾਈ ਨਾਲ। ਮੰਨਿਆ ਗਿਆਨ ਧਿਆਨ, ਜਿਨ੍ਹਾਂ ਨੇ ਆਪ ਦੇ ਨਾਮ ਦਾ ਮੰਨਣ ਕੀਤਾ ਨਾ ਉਹਨਾਂ ਨੂੰ ਸਾਧ ਸੰਗਤ ਜੀ ਨਿਰਗੁਣ ਸਰੂਪ ਦਾ ਗਿਆਨ ਤੇ ਸਰਗੁਣ ਸਰੂਪ ਦਾ ਧਿਆਨ ਪ੍ਰਾਪਤ ਹੋ ਜਾਂਦਾ ਹੈ ਜੇ ਨਾਮ ਦਾ ਮੰਨਣ ਕਰੇ ਤਾਂ। ਤੇ ਜੇ ਮੰਨਣ ਨਹੀਂ ਕੀਤਾ ਧਿਆਨ ਟਿਕਾਉਣ ਨੂੰ ਨਹੀਂ ਟਿਕਦਾ, ਕਿੱਥੇ ਟਿਕਾਵੇ? ਗਿਆਨ ਨਹੀਂ ਵਾਧਾ ਹੁੰਦਾ, ਉਹੋ ਜੀ ਅਲਪਗਤਾ ਛਾਈ ਰਹਿੰਦੀ ਹੈ। ਮਹਾਰਾਜ ਜਿਨ੍ਹਾਂ ਨੇ ਆਪ ਦਾ ਮੰਨਣ ਕਰ ਲਿਆ ਨਾ ਤੁਹਾਡੇ ਸਰੂਪ ਦਾ, ਉਹਨਾਂ ਨੂੰ ਮਹਾਰਾਜ ਆਪ ਨੇ ਆਪਣੇ ਨਿਰਗੁਣ ਸਰੂਪ ਦਾ ਗਿਆਨ ਦੇ ਦਿੱਤਾ ਹੈ ਤੇ ਸਰਗੁਣ ਸਰੂਪ ਦਾ ਧਿਆਨ ਟਿਕਾਉਣ ਨੂੰ ਦੇ ਦਿੱਤਾ ਹੈ। ਤੁਧਾ ਤੇ ਪਾਇਆ, ਇਹ ਵਾਹਿਗੁਰੂ ਤੇਰੇ ਤੋਂ ਹੀ ਇਹ ਖਜ਼ਾਨਾ ਪਾਇਆ ਹੈ ਗਿਆਨ ਦੇ ਪ੍ਰਕਾਸ਼ਣ ਦਾ ਅਤੇ ਧਿਆਨ ਦੇ ਟਿਕਾਉਣ ਦਾ। ਮਹਾਰਾਜ ਆਪ ਹੀ ਸਾਰੇ ਖਜ਼ਾਨੇ ਉਹ ਦਾਤਾਂ ਦੇ ਤੁਹਾਡੇ ਤੋਂ ਹੀ ਤੁਹਾਡੇ ਸੇਵਕਾਂ ਨੇ ਪਾਇਆ ਏ। ਕਰਮ ਪਵੈ ਨਿਸ਼ਾਨ, ਜਿਹਦੇ ਮਹਾਰਾਜ ਬਖਸ਼ਿਸ਼ ਦਾ ਲੇਖ ਪੈਂਦਾ ਹੈ ਨਾ ਮਸਤਕ ਦੇ ਉੱਤੇ, ਜਿਹਦੇ ਤੁਸੀਂ ਹੱਥ ਧਰਦੇ ਹੋ ਬਖਸ਼ਿਸ਼ ਦਾ ਲੇਖ ਮੱਥੇ ਤੇ ਪਾਉਨੇ ਹੋ, ਨਾ ਚਲਾ ਚਲਾਇਆ, ਉਹ ਫਿਰ ਕਿਸੇ ਦੇ ਚਲਾਏਮਾਨ ਕੀਤਿਆਂ ਨਹੀਂ ਚਲਾਏਮਾਨ ਹੁੰਦਾ, ਉਹ ਤਾਂ ਸਥਿਰ ਹੋ ਜਾਂਦੇ ਐ। ਇਸੇ ਪ੍ਰਕਾਰ ਹੀ ਕਰਮ ਪਵੈ ਨਿਸ਼ਾਨ, ਕਰਮ ਲੇਖ ਨੂੰ ਵੀ ਕਹਿੰਦੇ ਆ। ਜਿਨ੍ਹਾਂ ਦੇ ਮਹਾਰਾਜ ਆਪ ਨੇ ਭਗਤੀ ਦਾ ਕਰਮ ਲੇਖ ਪਾਤਾ ਨਾ ਮਸਤਕ ਦੇ ਉੱਤੇ, ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਫਿਰ ਪੜੋ, ਕਰਮ ਪਵੈ ਨਿਸ਼ਾਨ, ਨਿਸ਼ਾਨ ਕਹਿੰਦੇ ਆ ਸਾਧ ਸੰਗਤ ਜੀ ਉਹ ਉਕਰੇ ਹੋਏ ਲੇਖ ਨੂੰ, ਨਿਸ਼ਾਨ ਕਹਿੰਦੇ ਆ ਚਿੰਨ ਨੂੰ। ਮਹਾਰਾਜ ਜਿਨ੍ਹਾਂ ਦੇ ਉੱਤੇ ਆਪ ਜੀ ਨੇ ਪ੍ਰੇਮਾ ਭਗਤੀ ਦਾ ਜਿਹੜਾ ਹੈ ਸੱਚੇ ਪਾਤਸ਼ਾਹ ਜੀ ਇਹ ਲੇਖ ਪਾ ਦਿੱਤਾ ਮਸਤਕ ਦੇ ਉੱਤੇ। ਨਾ ਚਲਾ ਚਲਾਇਆ, ਉਹਨਾਂ ਦਾ ਮਨ ਜਿਹੜਾ ਨਾ ਸਾਧ ਸੰਗਤ ਜੀ ਉਹ ਚਲਾਏਮਾਨ ਨਹੀਂ ਹੁੰਦਾ ਕਾਮ ਕ੍ਰੋਧ ਦੇ ਅੰਦਰ, ਉਹਨਾਂ ਦਾ ਮਨ ਚਲਾਏਮਾਨ ਨਹੀਂ ਹੁੰਦਾ ਸਾਧ ਸੰਗਤ ਜੀ ਕਾਇਰਤਾ ਦੇ ਅੰਦਰ। ਉਹ ਤਾਂ ਸੂਰਬੀਰ ਯੋਧਿਆਂ ਦੀ ਤਰ੍ਹਾਂ ਭਿੜਦੇ ਹੋਏ ਸ਼ਹੀਦ ਹੋ ਜਾਂਦੇ ਆ। ਨਾ ਚੱਲਿਆ ਚਲਾਇਆ, ਮਹਾਰਾਜ ਕਹਿੰਦੇ ਭਾਈ ਜਿਹੜਾ ਹੁਕਮ ਹੈ ਨਾ ਪਰਮੇਸ਼ਰ ਦਾ ਪਿਆ ਹੋਇਆ ਮਸਤਕ ਤੇ, ਇਹ ਵੀ ਚਲਾਏਮਾਨ ਨਹੀਂ ਜੇ ਹੁੰਦਾ, ਇਹ ਪੱਕਾ ਲਿਖਿਆ ਹੋਇਆ ਹੈ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਨਿਰੰਕਾਰ ਦਾ ਹੁਕਮ ਕਿਸੇ ਕੋਲੋਂ ਵੀ ਭਾਈ ਹਟਾਇਆ ਹਟਦਾ ਨਹੀਂ, ਇਹ ਚਲਾਏਮਾਨ ਨਹੀਂ ਹੁੰਦਾ, ਸਦਾ ਅਸਥਿਤ ਹੈ। ਤੂੰ ਸੱਚਾ ਦਾਤਾਰ, ਇਹ ਵਾਹਿਗੁਰੂ ਤੂੰ ਸਦਾ ਰਹਿਣ ਵਾਲਾ ਸੱਚਾ ਹੈ।
ਤੇ ਦਾਤਾਰ ਹੈ, ਦਾਤਾਂ ਦੇ ਦੇਣ ਵਾਲਾ ਏ। ਨਿਤ ਦੇਵ ਹੈ ਚੜ੍ਹ ਸਵਾਇਆ। ਜਿਹਨੂੰ ਮਹਾਰਾਜ ਤੁਸੀਂ ਦਾਤ ਦਿੰਦੇ ਹੋ ਨਾ, ਤੇ ਫਿਰ ਦਿਨ ਦੁੱਗਣੀ ਤੇ ਰਾਤ ਚੌਗਣੀ ਉਹਦੀ ਪ੍ਰਭਤਾ ਚੜ੍ਹਦੀ ਹੈ। ਸੰਸਾਰ ਦੇ ਅੰਦਰ ਉਹ ਅਰਸ਼ਾਂ ਨੂੰ ਛੋਹ ਜਾਂਦਾ ਏ। ਮਹਾਰਾਜ ਜਿਹਨੂੰ ਤੁਸੀਂ ਦਾਤ ਦਿੰਦੇ ਹੋ ਨਾ, ਸਵਾਇਆ ਹੁੰਦਾ ਹੈ ਖੁੱਲ੍ਹਾ ਗੱਫਾ। ਜਦੋਂ ਆਪਣੇ ਤੇ ਕਹਿੰਦੇ ਆ ਨਾ, ਕਈ ਵਾਰੀ ਨਾਲੇ ਹੱਥ ਥੋੜ੍ਹਾ ਕਰ ਦਿੰਦੇ, ਚੁਟਕੀ ਇੱਕ ਸਵਾਇਆ, ਉਹ ਸਮਝਦੇ ਥੋੜ੍ਹਾ, ਪਰ ਨਿਹੰਗ ਸਿੰਘਾਂ ਨੂੰ ਕਿਤੇ ਸਵਾਇਆ ਕਹਿ ਤਾ ਤੇ ਉਹਨਾਂ ਨੇ ਖੁੱਲ੍ਹਾ ਗੱਫਾ ਛੱਡ ਦੇਣਾ। ਫਿਰ ਉਹਨਾਂ ਨੂੰ ਪਤਾ ਸਵਾਇਆ ਦਾ ਅਰਥ ਹੁੰਦਾ ਜ਼ਿਆਦਾ। ਤੇ ਇਹ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਚੋਂ ਬੋਲੇ ਆ ਖਾਲਸੇ ਦੇ। ਸਤਿਗੁਰੂ ਜੀ ਕਹਿੰਦੇ ਭਾਈ ਉਹਦਾ ਪ੍ਰਤਾਪ ਫਿਰ ਦਿਨ ਦੂਣਾ ਤੇ ਰਾਜ ਚੌਗਣਾ ਚੜ੍ਹਦਾ ਹੈ, ਜਿਹਦੇ ਉੱਤੇ ਨਿਰੰਕਾਰ ਆਪ ਦਾਤ ਕਰਦੇ ਆ। ਵਾਹਿਗੁਰੂ ਆਪ ਜਿਹਦੀ ਬਖਸ਼ਿਸ਼ ਜਿਹਦੇ ਤੇ ਕਰਦੇ ਆ, ਤੇ ਜਿਹਦੇ ਪ੍ਰਤਾਪ ਨੂੰ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਧਾਉਂਦੇ ਆ, ਉਹਨੂੰ ਕੌਣ ਘਟਾ ਸਕਦਾ। ਜਿਹਦੇ ਸਿਰ ਤੇ ਹੱਥ ਬਾਜਾਂ ਵਾਲੇ ਸਤਿਗੁਰੂ ਧਰ ਦਿੰਦੇ ਆ, ਉਹਨੂੰ ਸਾਧ ਸੰਗਤ ਜੀ ਕੌਣ ਨੁਕਸਾਨ ਸਕਦਾ ਹੈ। ਇਹ ਰੱਬੀ ਤਾਕਤ ਹੈ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਕਿ ਭਾਈ ਉਹਦਾ ਤਾਂ ਫਿਰ ਪ੍ਰਤਾਪ ਜਿਹੜਾ ਹੈ ਦਿਨ ਦੁੱਗਣਾ ਤੇ ਰਾਤ ਚੌਗਣਾ ਸਵਾਇਆ ਹੀ ਵੱਧਦਾ ਛਾ ਜਾਂਦਾ ਏ। ਨਾਨਕ ਮੰਗੈ ਦਾਨ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੌੜੀ ਦੀ ਸਮਾਪਤੀ ਕਰਦੇ ਹੋਏ ਹਜ਼ੂਰ ਕਹਿੰਦੇ ਨੇ, ਹੇ ਨਿਰੰਕਾਰ, ਹੇ ਵਾਹਿਗੁਰੂ, ਅਸੀਂ ਆਪ ਜੀ ਤੋਂ ਪ੍ਰੇਮਾ ਭਗਤੀ ਦਾ ਦਾਨ ਮੰਗਦੇ ਹਾਂ। ਮਹਾਰਾਜ ਸਾਨੂੰ ਜਾਚ ਦੱਸਦੇ ਹੈ ਕਿ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਦੇ ਕੋਲੋਂ ਇਹ ਦਾਤ ਮੰਗੀਏ ਤੇ ਫਿਰ ਅਸੀਂ ਵੀ ਅਸਥਿਤ ਹੋ ਜਾਵਾਂਗੇ। ਮਹਾਰਾਜ ਸਾਨੂੰ ਵੀ ਇਹ ਬਖਸ਼ਿਸ਼ਾਂ ਕਰ ਦੇਣਗੇ। ਹਜ਼ੂਰ ਕਹਿੰਦੇ ਹੈ ਕਿ ਹੱਥ ਜੋੜ ਕੇ ਵਾਹਿਗੁਰੂ ਅਸੀਂ ਆਪ ਜੀ ਦੇ ਕੋਲੋਂ ਭਗਤੀ ਦਾ, ਪ੍ਰੇਮਾ ਭਗਤੀ ਦਾ ਦਾਨ ਮੰਗਦੇ ਹਾਂ। ਜੋ ਤੁਧ ਭਾਇਆ। ਜੋ ਆਪ ਜੀ ਨੂੰ ਭਾਉਂਦਾ ਹੈ ਪ੍ਰੇਮਾ ਭਗਤੀ ਦਾ ਦਾਨ, ਵਾਹਿਗੁਰੂ ਜੀ ਨੂੰ ਵੀ ਨਾਮ ਚੰਗਾ ਲੱਗਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹੈ ਕਿ ਜੋ ਤੁਧ ਭਾਇਆ, ਮਹਾਰਾਜ ਜੋ ਆਪ ਨੂੰ ਭਾਉਂਦਾ ਹੈ ਨਾ ਨਾਮ, ਪ੍ਰੇਮਾ ਭਗਤੀ ਦਾ ਖਜ਼ਾਨਾ, ਉਹ ਮਹਾਰਾਜ ਅਸੀਂ ਆਪ ਦੇ ਕੋਲੋਂ ਮੰਗਦੇ ਹਾਂ। ਸਾਨੂੰ ਕਿਰਪਾ ਕਰਕੇ ਪ੍ਰੇਮਾ ਭਗਤੀ ਦੀ ਦਾਤ ਦਿਓ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕੀਤੀ ਹੈ। ਹਜ਼ੂਰ ਰਹਿਮਤ ਕਰਨ, ਸਤਿਗੁਰੂ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ, ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਤੂੰ ਸੱਚਾ ਦਾਤਾਰ, ਨਿਤ ਦੇਵ ਹੈ ਚੜ੍ਹ ਸਵਾਇਆ। ਨਾਨਕ ਮੰਗੈ ਦਾਨ, ਜੋ ਤੁਧ ਭਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। हे पूरन हे सरब मैं, दुख भंजन गुण तास। हे संगी हे निरंकार, हे निर्गुण सब टेक। हे गोबिंद हे गुण निदान, जाकै सदा बबेक। हे अपरंपर हर हरे, हह पी होवन हार। हे संत कै सदा संग, निदारा आधार। हे ठाकुर हूँ दासरो, मैं निर्गुण गुण नहीं कोय। नानक दीजै नाम दान, राखो हियै परोय। आए प्रभ शरणागति, कृपा निध दयाल। एक अखर हर मन बस्त, नानक होत निहाल। वाहिगुरु नाम जहाज है, चढ़े सो उतरे पार। जो श्रद्धा कर सेवंद,
कथा निता प्रत होत है, सुनहो सो सिंह सुजान। नानक गुरु गोबिंद सिंह जी, सदा करै कल्याण। नानक गुरु गोबिंद सिंह जी, सदा करै कल्याण। वाहिगुरु जी का खालसा, वाहिगुरु जी की फतेह। गज के जयकारा गजावे, सो निहाल होवे, सात शेरे अकाल। गुरबार अकाल देग तेग फतह। गुरु पंथ खालसे दे, चढ़ दे कला।